कोर्स ऑफ एक्शन देखते हैं। कोर्स ऑफ एक्शन ਦਾ ਕੀ ਮਤਲਬ ਹੈ? ਕੋਰਸ ਆਫ ਐਕਸ਼ਨ ਮੀਨਸ ਕਿ ਆਪਾਂ ਕੀ ਐਕਸ਼ਨ ਲਵਾਂਗੇ ਕਿਸੇ ਪਾਰਟਿਕੂਲਰ ਸਿਚੁਏਸ਼ਨ ਦੇ ਉੱਤੇ। ਕੀ ਮਤਲਬ ਹੈ? ਆਪਾਂ ਕੀ ਐਕਸ਼ਨ ਲਵਾਂਗੇ ਕਿਸੇ ਪਾਰਟਿਕੂਲਰ ਸਿਚੁਏਸ਼ਨ ਦੇ ਉੱਤੇ। ਬੇਸਿਕਲੀ ਇਹ ਐਨਾਲਿਟੀਕਲ ਕੁਐਸਚਨ ਹੁੰਦੇ ਆ। ਕੀ ਹੁੰਦੇ ਆ? ਐਨਾਲਿਟੀਕਲ ਕੁਐਸਚਨ ਇਹ ਪੁੱਛੇ ਜਾਂਦੇ ਆ ਕਿ ਤੁਹਾਡੀ ਅਬਿਲਿਟੀ ਉਹ ਚੈੱਕ ਕਰ ਸਕਣ ਕਿਸੇ ਪ੍ਰੋਬਲਮ ਨੂੰ ਜੱਜ ਕਰਨ ਦੀ। ਲੈਟਸ ਸਪੋਜ਼ ਤੁਹਾਨੂੰ ਅਚਾਨਕ ਕੋਈ ਸਿਚੁਏਸ਼ਨ ਦੱਸੀ ਜਾਏ ਤੇ ਤੁਸੀਂ ਉੱਤੇ ਕਿੱਦਾਂ ਰਿਸਪੌਂਡ ਕਰੋਗੇ ਤੇ ਉਹ ਸਹੀ ਹੈ ਕਿ ਗਲਤ ਹੈ, ਇਸ ਬੇਸ ਦੇ ਲਈ ਇਹਨੂੰ ਚੈੱਕ ਕਰਨ ਦੇ ਲਈ ਤੁਹਾਡੀ ਐਨਾਲਿਟੀਕਲ ਪਾਵਰ ਨੂੰ ਚੈੱਕ ਕਰਨ ਦੇ ਲਈ ਕੁਐਸਚਨਸ ਪੁੱਛੇ ਜਾਂਦੇ ਆ। ਸੋ ਸੱਚ ਟਾਈਪ ਆਫ ਕੁਐਸਚਨਸ ਆਰ ਆਸਕਡ ਟੂ ਚੈੱਕ ਯੂਰ ਅਬਿਲਿਟੀ ਟੂ ਜੱਜ ਦ ਪ੍ਰੋਬਲਮ ਕਰੈਕਟਲੀ। ਠੀਕ ਹੈ, ਤੁਸੀਂ ਕਿਸੇ ਪ੍ਰੋਬਲਮ ਨੂੰ ਸਹੀ ਢੰਗ ਨਾਲ ਕਰੈਕਟਲੀ ਜੱਜ ਕਰ ਸਕਦੇ ਹੋ, ਤੁਹਾਡੀ ਅਬਿਲਿਟੀ ਜਾਣਨ ਦੇ ਲਈ ਇਹ ਕੁਐਸਚਨ ਪੁੱਛੇ ਜਾਂਦੇ ਆ। ਸੋ ਦੇਰ ਆਰ ਟੂ ਬ੍ਰੌਡ ਟਾਈਪਸ ਆਫ ਕੁਐਸਚਨਸ। ਕਿੰਨੇ ਤਰ੍ਹਾਂ ਦੇ ਕੁਐਸਚਨਸ ਹੁੰਦੇ ਆ? ਦੋ। ਪਹਿਲਾ ਕੀ ਹੈ? ਦ ਪ੍ਰੈਜ਼ੈਂਟਡ ਸਿਚੁਏਸ਼ਨ ਟਾਕਸ ਆਫ ਸਮ ਪ੍ਰੋਬਲਮ ਐਂਡ ਦ ਸੁਜੈਸਟਡ ਕੋਰਸ ਆਫ ਐਕਸ਼ਨ ਟਾਕਸ ਆਫ ਸੋਲਿਊਸ਼ਨ ਟੂ ਦੈਟ ਪ੍ਰੋਬਲਮ। ਇਹਦਾ ਮਤਲਬ ਕੀ ਹੈ? ਜਿਹੜੀ ਪ੍ਰੈਜ਼ੈਂਟਡ ਸਿਚੁਏਸ਼ਨ ਹੈ, ਮਤਲਬ ਜਿਹੜੀ ਸਟੇਟਮੈਂਟ ਲਿਖੀ ਹੋਏਗੀ, ਉਹ ਕੀ ਹੋਏਗਾ? ਇੱਕ ਤਰ੍ਹਾਂ ਦੀ ਇੱਕ ਪ੍ਰੋਬਲਮ ਹੋਏਗੀ ਤੇ ਜਿਹੜਾ ਕੋਰਸ ਆਫ ਐਕਸ਼ਨ ਹੈ ਨੀਚੇ COA, ਉਹਨੂੰ ਸ਼ਾਰਟ 'ਚ ਲਿਖਾਂਗੇ ਆਪਾਂ, ਉਹ ਕਿਹਦੀ ਗੱਲ ਕਰਦਾ ਹੋਏਗਾ? ਸੋਲਿਊਸ਼ਨ ਟੂ ਦੈਟ ਪ੍ਰੋਬਲਮ। ਠੀਕ ਹੈ। ਸੈਕਿੰਡ ਹੈ ਦ ਸਟੇਟਮੈਂਟ ਟਾਕਸ ਆਫ ਸਮ ਫੈਕਟਸ। ਸਟੇਟਮੈਂਟ ਕਿਹਦੀ ਗੱਲ ਕਰਦੀ ਹੋਏਗੀ? ਕੁਝ ਫੈਕਟਸ ਦੀ। ਤੇ ਜਿਹੜਾ ਸੁਜੈਸਟਡ ਕੋਰਸ ਆਫ ਐਕਸ਼ਨ ਹੈ ਉਹ ਕਾਹਦੀ ਗੱਲ ਕਰਦਾ ਹੋਏਗਾ? ਇੰਪਰੂਵਮੈਂਟਸ ਆਫ ਦੋਜ਼ ਫੈਕਟਸ। ਤੁਹਾਨੂੰ 90% ਕੇਸਿਸ ਇੱਦਾਂ ਦਾ ਕੁਐਸਚਨ ਆਏਗਾ, 10% ਚਾਂਸਿਸ ਇੱਦਾਂ ਦਾ ਕੁਐਸਚਨ ਆ ਸਕਦਾ ਹੈ। ਆਊਟ ਆਫ 9 ਕੁਐਸਚਨਸ ਇੱਕ ਕੁਐਸਚਨ ਇੱਦਾਂ ਦਾ ਹੋਏਗਾ, 9 ਕੁਐਸਚਨਸ ਇੱਦਾਂ ਦੇ ਹੋਊਗੇ। ਹੁਣ ਦੋਨਾਂ 'ਚ ਫਰਕ ਕੀ ਹੈ? ਪਹਿਲੇ 'ਚ ਕੀ ਦੱਸੀ ਹੁੰਦੀ ਹੈ? ਪ੍ਰੋਬਲਮ, ਤੇ ਅਸੀਂ ਉਹਦਾ ਕੀ ਦੱਸਣਾ ਹੁੰਦਾ ਹੈ। ਬਟ ਜਿਹੜੀ ਦੂਸਰੀ ਸਟੇਟਮੈਂਟ ਆ ਉਹ 'ਚ ਕੋਈ ਪ੍ਰੋਬਲਮ ਨਹੀਂ ਦੱਸੀ, ਉਹ 'ਚ ਕੀ ਦੱਸੇ ਹੁੰਦੇ ਆ? ਕੁਛ ਫੈਕਟਸ ਦੱਸੇ ਹੁੰਦੇ ਆ। ਤੇ ਫਿਰ ਆਪਾਂ ਉਹਦਾ ਕੋਈ ਸੋਲਿਊਸ਼ਨ ਥੋੜੀ ਦੇਣਾ, ਉਹ ਤਾਂ ਫੈਕਟਸ ਦੱਸੇ। ਆਪਾਂ ਉਹ 'ਚ ਕੀ ਕਰਨੀ ਹੁੰਦੀ ਹੈ? ਕਿ ਦੋਨੋਂ ਸਮਝ ਆਉਂਦੇ? ਇੱਕ ਵਾਰ ਪਹਿਲਾਂ ਦੱਸੋ, ਪਹਿਲੇ 'ਚ ਕੀ ਹੁੰਦੀ ਹੈ? ਆਪਾਂ ਕੀ ਦੇਣਾ ਹੁੰਦਾ ਹੈ? ਦੂਸਰੇ 'ਚ ਕੀ ਹੁੰਦੇ ਹੈ? ਆਪਾਂ ਕੀ ਕਰਨੀ ਹੁੰਦੀ ਹੈ? ਕਿਉਂਕਿ ਮੈਂ ਤੁਹਾਨੂੰ ਕਿਹਾ ਸਭ ਤੋਂ ਜ਼ਿਆਦਾ ਪੋਰਸ਼ਨ ਫਸਟ ਆਉਂਦਾ ਜਿਸ 'ਚ ਪ੍ਰੋਬਲਮ ਸੋਲਿਊਸ਼ਨ ਰਿਲੇਸ਼ਨਸ਼ਿਪ ਆਪਾਂ ਆਇਡੈਂਟੀਫਾਈ ਕਰਨਾ ਹੋਏਗਾ। ਸੋ ਇਸ ਕਰਕੇ ਆਪਾਂ ਚੈੱਕ ਕਰਾਂਗੇ ਪ੍ਰੋਬਲਮ ਸੋਲਿਊਸ਼ਨ ਰਿਲੇਸ਼ਨਸ਼ਿਪ ਇਹ ਕਿਸ ਤਰ੍ਹਾਂ ਆਇਡੈਂਟੀਫਾਈ ਕੀਤਾ ਜਾਂਦਾ ਹੈ। ਸੋ ਹਾਊ ਟੂ ਡਿਟਰਮਿਨ ਵੈਦਰ ਅ ਪਰਟੀਕੂਲਰ ਕੋਰਸ ਆਫ ਐਕਸ਼ਨ ਇਜ਼ ਵੈਲਿਡ ਸੋਲਿਊਸ਼ਨ ਟੂ ਦਾ ਪ੍ਰੋਬਲਮ। ਕਿੱਦਾਂ ਆਪਾਂ ਆਇਡੈਂਟੀਫਾਈ ਕਰੀਏ ਕਿ ਕੋਈ ਵੀ ਜਿਹੜਾ ਕੋਰਸ ਆਫ ਐਕਸ਼ਨ ਹੈ ਉਹ ਵੈਲਿਡ ਸੋਲਿਊਸ਼ਨ ਹੈ? ਕਿ ਆਪਾਂ ਸਾਰਿਆਂ ਨੂੰ ਕਵਾਂਗੇ ਵੈਲਿਡ ਸੋਲਿਊਸ਼ਨ ਹੈ? ਨਹੀਂ। ਕੁਝ ਸਮਝ ਆ ਰਿਹਾ ਕਿ ਨਹੀਂ? ਆਪਾਂ ਕੁਝ ਪਾਰਟਿਕੂਲਰ ਹਿੰਟਸ ਜਾਂ ਰੂਲਸ ਨੂੰ ਚੈੱਕ ਕਰਾਂਗੇ, ਉਹਦੇ ਬੇਸ ਤੇ ਕਵਾਂਗੇ ਜੀ ਆਹ ਸੋਲਿਊਸ਼ਨ ਹੋ ਸਕਦਾ, ਆਹ ਸੋਲਿਊਸ਼ਨ। ਪਹਿਲਾ ਕੀ ਹੈ? ਦੋ ਚੀਜ਼ਾਂ ਦੇ ਬੇਸ ਤੇ ਆਪਾਂ ਡਿਟਰਮਿਨ ਕਰਾਂਗੇ। ਕੋਰਸ ਆਫ ਐਕਸ਼ਨ ਸ਼ੁੱਡ ਸੋਲਵ ਔਰ ਰਿਡਿਊਸ ਦਾ ਪ੍ਰੋਬਲਮ। ਕੋਰਸ ਆਫ ਐਕਸ਼ਨ ਜਾਂ ਤਾਂ ਕੀ ਕਰੇ? ਸੋਲਵ ਕਰੇ ਜਾਂ ਕੀ ਕਰੇ? ਰਿਡਿਊਸ ਕਰੇ ਪ੍ਰੋਬਲਮ ਨੂੰ। ਸੈਕਿੰਡ ਕੀ ਹੈ? ਕੋਰਸ ਆਫ ਐਕਸ਼ਨ ਇੱਕ ਪ੍ਰੈਕਟੀਕਲ ਸੋਲਿਊਸ਼ਨ ਹੋਣਾ ਚਾਹੀਦਾ ਹੈ। ਕੀ ਹੋਣਾ ਚਾਹੀਦਾ ਹੈ? ਪ੍ਰੈਕਟੀਕਲ ਸੋਲਿਊਸ਼ਨ। ਕੋਈ ਹਾਈਪੋਥੈਟੀਕਲ ਜਾਂ ਕੋਈ ਇੰਪ੍ਰੈਕਟੀਕਲ ਸੋਲਿਊਸ਼ਨ ਨਹੀਂ ਹੋਣਾ ਚਾਹੀਦਾ। ਆਪਾਂ ਇਹਨਾਂ ਦੋਨਾਂ ਨੂੰ ਚੈੱਕ ਕਰਾਂਗੇ ਕਿ ਕਿਸ ਤਰ੍ਹਾਂ ਉਹ ਪ੍ਰੋਬਲਮ ਨੂੰ ਸੋਲਵ ਜਾਂ ਰਿਡਿਊਸ ਕਰਦੇ ਤੇ ਕਿਸ ਤਰ੍ਹਾਂ ਉਹਨੂੰ ਪ੍ਰੈਕਟੀਕਲ ਸੋਲਿਊਸ਼ਨ ਆਪਾਂ ਮੰਨਦੇ ਹਾਂ। ਸੋ ਫਸਟ ਹੈ ਟੂ ਚੈੱਕ ਫਸਟ ਵੀ ਫੋਲੋ ਫੋਲੋਇੰਗ ਰੂਲਸ। ਚੈੱਕ ਫਸਟ ਮਤਲਬ ਕਿ ਉਹ ਪ੍ਰੋਬਲਮ ਸੋਲਵ ਕਰਦਾ ਹੈ ਕਿ ਨਹੀਂ ਸੋਲਵ ਕਰਦਾ, ਇਹਦੇ ਲਈ ਆਪਾਂ ਫੋਲੋਇੰਗ ਰੂਲਸ ਯੂਜ਼ ਕਰਦੇ ਹਾਂ। ਫਸਟ ਹੈ ਐਸਟੈਬਲਿਸ਼ਡ ਫੈਕਟ, ਸੈਕਿੰਡ ਹੈ ਐਕਸਪੀਰੀਅੰਸ ਤੇ ਥਰਡ ਹੈ ਲੌਜੀਕਲ ਰੀਜ਼ਨਿੰਗ। ਪਹਿਲਾਂ ਇੱਕ ਵਾਰ ਸਮਝ ਲਓ, ਫਿਰ ਇਹਨੂੰ ਤੁਹਾਨੂੰ ਸਮਝ ਆ ਜਾਏਗਾ ਕਿ ਆਪਾਂ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਹਾਂ। ਐਸਟੈਬਲਿਸ਼ ਫੈਕਟਸ ਮਤਲਬ ਕਈ ਵਾਰ ਕੀ ਹੁੰਦਾ ਹੈ, ਕੁਝ ਫੈਕਟਸ ਅਵੇਲੇਬਲ ਹੁੰਦੇ ਆ ਜਿਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਐਜ਼ ਅ ਸੋਲਿਊਸ਼ਨ ਜਾਂ ਕੋਰਸ ਆਫ ਐਕਸ਼ਨ। ਕੋਰਸ ਆਫ ਐਕਸ਼ਨ ਸੋਲਿਊਸ਼ਨ ਹੀ ਹੁੰਦਾ। ਕੀ ਸਮਝ ਆ ਰਿਹਾ ਕਿ ਨਹੀਂ? ਸਾਡੇ ਕੋਲ ਕੀ ਅਵੇਲੇਬਲ ਹੁੰਦੇ ਆ? ਕੁਝ ਇਸ ਤਰ੍ਹਾਂ ਦੇ ਫੈਕਟਸ ਅਵੇਲੇਬਲ ਹੁੰਦੇ ਆ ਜਿਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਐਜ਼ ਅ ਸੋਲਿਊਸ਼ਨ ਜਾਂ ਕੋਰਸ ਆਫ ਐਕਸ਼ਨ ਟੂ ਦਾ ਪ੍ਰੋਬਲਮ। ਥੀਸ ਫੈਕਟਸ ਸ਼ੁੱਡ ਬੀ, ਇਹ ਫੈਕਟਸ ਕਿਹੜੇ ਹੋਣੇ ਚਾਹੀਦੇ ਆ? ਕੋਈ ਸਾਇੰਟੀਫਿਕ ਹੋ ਸਕਦਾ, ਲੀਗਲ ਹੋ ਸਕਦਾ, ਸੋਸ਼ਲ ਹੋ ਸਕਦਾ, ਬਾਇਓਲੋਜੀਕਲ ਹੋ ਸਕਦਾ, ਬਟ ਸ਼ੁੱਡ ਬੀ ਯੂਨੀਵਰਸਲੀ ਐਕਨੋਲੇਜਡ ਐਜ਼ ਅ ਸੋਲਿਊਸ਼ਨ ਟੂ ਦਾ ਪ੍ਰੋਬਲਮ। ਬਟ ਇਹ ਯੂਨੀਵਰਸਲੀ ਮਤਲਬ ਸਾਰੇ ਮੰਨਦੇ ਹੋਣੇ ਚਾਹੀਦੇ ਆ ਕਿ ਵੀ ਇਹ ਸੋਲਿਊਸ਼ਨ ਹੈ ਪ੍ਰੋਬਲਮ ਦਾ। ਸਮਝ ਰਹੇ ਹੋ ਕਿ ਨਹੀਂ? ਮਤਲਬ ਯੂਨੀਵਰਸਲੀ ਐਪਲੀਕੇਬਲ ਹੋ ਰਿਹਾ ਹੈ ਕਿ ਹਰ ਜਗ੍ਹਾ ਤੇ ਉਹ ਸਿਚੁਏਸ਼ਨ ਤੇ ਇਹ ਕੀ ਹੋ ਜਾਂਦਾ ਹੈ? ਇੰਪਲੀਮੈਂਟ ਹੋ ਜਾਂਦਾ ਹੈ। ਫੋਲੋ ਕਰ ਪਾ ਰਹੇ ਹੋ ਕਿ ਨਹੀਂ?
ਜਿਵੇਂ ਕਿ ਇੱਕ ਸਟੇਟਮੈਂਟ ਹੈ ਲਿਖਿਆ ਹੋਇਆ ਹੈ, ਚਾਈਲਡ ਵਾਜ਼ ਕੌਟ ਵਾਈਲ ਅਟੈਂਪਟਿੰਗ ਟੂ ਸਟੀਲ ਦਾ ਜਵੈਲਰੀ ਆਫ ਏ ਲੇਡੀ। ਇੱਕ ਬੱਚੇ ਨੂੰ ਫੜਿਆ ਗਿਆ ਜਦੋਂ ਅਟੈਂਪਟ ਕਰ ਰਿਹਾ ਸੀ ਕਿਸੇ ਲੇਡੀ ਦੀ ਜਵੈਲਰੀ ਨੂੰ ਚੋਰੀ ਕਰਨ ਦੇ ਵਿੱਚ। ਤਾਂ ਮਤਲਬ ਇੱਕ ਬੱਚਾ ਚੋਰੀ ਕਰ ਰਿਹਾ ਸੀ ਜਵੈਲਰੀ। ਸੋ ਕੀ ਇਹਦਾ ਕੋਰਸ ਆਫ ਐਕਸ਼ਨ ਆ ਹੋਣਾ ਚਾਹੀਦਾ, ਚਾਈਲਡ ਸ਼ੁੱਡ ਬੀ ਸਿਵੀਅਰਲੀ ਬੀਟਨ। ਚਾਈਲਡ ਨੂੰ, ਬੱਚੇ ਨੂੰ ਬੁਰੀ ਤਰ੍ਹਾਂ ਕੁੱਟਣਾ ਚਾਹੀਦਾ। ਕੀ ਇਹ ਵੈਲਿਡ ਕੋਰਸ ਆਫ ਐਕਸ਼ਨ ਹੈ? ਨਹੀਂ, ਇਹ ਕੋਈ ਵੀ ਵੈਲਿਡ ਕੋਰਸ ਆਫ ਐਕਸ਼ਨ ਨਹੀਂ ਹੈ, ਕਿਉਂਕਿ ਇੱਦਾਂ ਇਹਦਾ ਸਾਨੂੰ ਕੋਈ ਸੋਲਿਊਸ਼ਨ ਨਹੀਂ ਮਿਲਦਾ ਇੰਨਾ। ਕੀ ਸਮਝ ਆ ਰਿਹਾ ਕਿ ਨਹੀਂ? ਨਾ ਹੀ ਇਹ ਸਾਨੂੰ ਲੀਗਲੀ ਅਲਾਉਡ ਹੈ, ਇਹ ਗਲਤ ਵੀ ਹੈ। ਕੁਛ ਸਮਝ ਆ ਰਿਹਾ ਕਿ ਨਹੀਂ? ਬਿਲਕੁਲ ਇਹ ਟੋਟਲੀ ਕੀ ਹੈ, ਗਲਤ ਹੈ। ਹੁਣ ਕਈ ਵਾਰ ਸਾਡੇ ਕੋਲ ਫੈਕਟਸ ਅਵੇਲੇਬਲ ਨਹੀਂ ਹੁੰਦੇ। ਕੀ ਅਵੇਲੇਬਲ ਨਹੀਂ ਹੁੰਦੇ? ਫੈਕਟਸ ਅਵੇਲੇਬਲ ਨਹੀਂ ਹੁੰਦੇ, ਤਾਂ ਫਿਰ ਆਪਾਂ ਕੀ ਯੂਜ਼ ਕਰ ਸਕਦੇ ਹਾਂ? ਆਪਣਾ ਕੋਈ ਪੁਰਾਣਾ experience. Sometimes facts are not available, then we can use our past experience to check whether a particular course of action is a solution to the problem or not. ਕਿਉਂ ਕਿਸੇ ਪ੍ਰੋਬਲਮ ਦਾ ਸੋਲੂਸ਼ਨ ਹੈਗਾ ਕਿ ਨਹੀਂ, ਆਪਾਂ ਐਕਸਪੀਰੀਅੰਸ ਤੋਂ ਚੈੱਕ ਕਰ ਸਕਦੇ ਹਾਂ, ਆਪਣੇ ਪਾਸਟ ਐਕਸਪੀਰੀਅੰਸ ਤੋਂ। ਜਿਵੇਂ ਕਿ ਇੰਡੀਆ ਹੈਜ਼ ਬੀਨ ਇੰਡੇਂਜਰਡ ਬਾय ਸੈਵਰਲ ਐਕਸਪੈਂਸ਼ਨਿਸਟ ਫੋਰਨ ਪਾਵਰਸ। ਇੰਡੀਆ ਨੂੰ ਖਤਰਾ ਰਿਹਾ ਹੈ ਬਹੁਤ ਸਾਰੇ ਐਕਸਪੈਂਸ਼ਨਿਸਟ ਫੋਰਨ ਪਾਵਰਸ ਤੋਂ। ਇੱਕ ਸਟੇਟਮੈਂਟ ਹੈ। ਉਹਨਾਂ ਦਾ ਸੋਲੂਸ਼ਨ ਕੀ ਹੈ? ਇੰਡੀਅਨ ਸ਼ੁੱਡ ਰਿਮੇਨ ਯੂਨਾਈਟਿਡ ਫॉर ਐਨੀ ਸੱਚ ਇਵੈਂਚੁਅਲਿਟੀ। ਇੰਡੀਅਨਸ ਨੂੰ ਹਮੇਸ਼ਾ ਇਕੱਠੇ ਰਹਿਣਾ ਚਾਹੀਦਾ ਹੈ ਇੱਦਾਂ ਦੀ ਇਵੈਂਚੁਅਲਿਟੀ ਨੂੰ ਫੇਸ ਕਰਨ ਦੇ ਲਈ। ਠੀਕ ਹੈ, ਸੋ ਕੀ ਇਹ ਵੈਲਿਡ ਕੋਰਸ ਆਫ ਐਕਸ਼ਨ ਹੈ? ਦੇਖੋ ਸਟੇਟਮੈਂਟਸ ਲਿਖਿਆ ਸੀ ਕਿ ਇੰਡੀਆ ਨੂੰ ਖਤਰਾ ਰਿਹਾ ਹਮੇਸ਼ਾ ਬਹੁਤ ਸਾਰੀ ਐਕਸਪੈਂਸ਼ਨਿਸਟ ਪਾਵਰ ਫੋਰਨ ਪਾਵਰਸ ਤੋਂ। ਫੋਰ ਐਗਜ਼ਾਮਪਲ ਇੰਡੀਆ ਨੂੰ ਥਰੂ ਆਊਟ ਕਿਸੇ ਨਾ ਕਿਸੇ ਸੈਕਸ਼ਨ ਤੋਂ ਖਤਰਾ ਰਿਹਾ, ਜਿਵੇਂ ਕਿ ਪਹਿਲਾਂ ਮੁਗਲਸ ਸੀਗੇ ਜਦੋਂ ਇੱਥੇ ਇੰਡੀਆ ਦੇ ਵਿੱਚ ਆਏ ਸੀ। ਠੀਕ ਹੈ, ਸੋ ਉਹਨਾਂ ਨੇ ਇੱਥੇ ਡੋਮੀਨੈਂਸ ਕੀਤਾ, ਟ੍ਰੇਡ ਲਈ ਆਏ ਸੀ। ਸਿਮਿਲਰਲੀ ਜਾਂ ਫਿਰ ਪੁਰਤਗੀਜ਼ ਆਏ, ਫਰੈਂਚ ਆਏ, ਡੱਚ ਆਏ ਜਾਂ ਬ੍ਰਿਟਿਸ਼ਰਸ ਆਏ, ਇਹ ਸਾਰੇ ਬਿਜ਼ਨਸ ਕਰਨ ਦੇ ਲਈ ਆਏ ਸੀ, ਬਟ ਇਹਨਾਂ ਨੇ ਕੀ ਕੀਤਾ? ਇੱਥੇ ਡੋਮੀਨੈਂਸ ਕੀਤਾ ਨਾ। ਸਮਝ ਆ ਰਿਹਾ? ਸੋ ਇੰਡੀਆ ਨੂੰ ਹਮੇਸ਼ਾ ਖਤਰਾ ਰਿਹਾ ਬਹੁਤ ਸਾਰੇ ਐਕਸਪੈਂਸ਼ਨਿਸਟ ਪਾਵਰਸ ਤੋਂ। ਸੋ ਇਹਦਾ ਕੋਰਸ ਆਫ ਐਕਸ਼ਨ ਇਹ ਦੱਸਿਆ ਗਿਆ ਕਿ ਇੰਡੀਆ ਨੂੰ ਇਕੱਠੇ ਰਹਿਣਾ ਚਾਹੀਦਾ ਇੱਦਾਂ ਦੀ ਇਵੈਂਚੁਅਲਿਟੀ ਦੇ ਲਈ, ਇੱਦਾਂ ਦੀ ਸਿਚੁਏਸ਼ਨ ਦੇ ਲਈ ਹਮੇਸ਼ਾ ਯੂਨਿਟੀ 'ਚ ਰਹਿਣਾ ਚਾਹੀਦਾ ਹੈ, ਯੂਨਾਈਟਿਡ ਰਹਿਣਾ ਚਾਹੀਦਾ ਹੈ। ਸੋ ਕੀ ਇਹ ਸੋਲਿਊਸ਼ਨ ਦਿੰਦਾ ਹੈ ਸਾਨੂੰ? ਯੈਸ। ਕਿਸ ਤਰ੍ਹਾਂ ਆਪਾਂ ਚੈੱਕ ਕਰਦੇ ਹਾਂ? ਦੇਖੋ ਤੁਸੀਂ ਮੋਸਟ ਲਾਈਕਲੀ ਇੱਕ ਓਲਡ ਸਟੋਰੀ ਸੁਣੀ ਹੋਏਗੀ ਕਿ ਜਿਹ 'ਚ ਦੱਸਿਆ ਗਿਆ ਸੀ ਇੱਕ ਕਿਸਾਨ ਹੁੰਦਾ ਹੈ, ਠੀਕ ਹੈ, ਉਹ ਆਪਣੇ 4 ਬੱਚਿਆਂ ਨੂੰ ਬੁਲਾਉਂਦਾ ਅਤੇ ਉਹਨਾਂ ਨੂੰ ਲੱਕੜੀਆਂ ਫੜਾ ਦਿੰਦਾ, ਇੱਕ ਇੱਕ ਲੱਕੜੀ ਫੜਾ ਦਿੰਦਾ, ਤੋੜ ਦਿੰਦੇ ਉਹ, ਬਟ ਜਦੋਂ ਇਕੱਠੀਆਂ ਕਰ ਦਿੰਦਾ ਫਿਰ ਨਹੀਂ ਟੁੱਟਦੀਆਂ। ਉਹ ਕੀ ਦੱਸਣ ਦੀ ਕੋਸ਼ਿਸ਼ ਕਰਦਾ? ਸੋ ਜਦੋਂ ਉਹ ਯੂਨਿਟੀ 'ਚ ਰਹੂਗੇ ਉਹ ਡੋਮੀਨੈਂਸ ਈਜ਼ੀਲੀ ਹੋ ਜਾਏਗਾ ਉਹਨਾਂ 'ਤੇ? ਨਹੀਂ ਹੋ ਪਾਏਗਾ ਨਾ। ਹੋ ਜਾਏਗਾ ਡੋਮੀਨੈਂਸ? ਨਹੀਂ ਹੋਏਗਾ। ਸੋ ਯੂਨਿਟੀ ਜਿੱਥੇ ਹੋਵੇ ਕਿ ਉੱਥੇ ਡੋਮੀਨੈਂਸ ਹੋ ਜਾਂਦਾ? ਨਹੀਂ, ਉੱਥੇ ਨਹੀਂ ਹੁੰਦਾ। ਕੀ ਸਮਝ ਰਹੇ ਹੋ ਕਿ ਨਹੀਂ? ਜਾਂ ਉੱਥੇ ਜੇ ਹੋਣਾ ਵੀ ਹੋਵੇ ਬੜਾ ਮੁਸ਼ਕਿਲ ਹੈ, ਬਟ ਸਿੰਗਲ 'ਤੇ ਤਾਂ ਈਜ਼ੀਲੀ ਡੋਮੀਨੈਂਸ ਹੋ ਜਾਏਗਾ ਨਾ। ਸੋ ਕੀ ਇਹ ਸਾਨੂੰ ਪਾਸਟ ਦੇ ਐਕਸਪੀਰੀਅੰਸ ਤੋਂ ਪਤਾ ਲੱਗਦਾ? ਬਿਲਕੁਲ ਇਹ ਪਾਸਟ ਦੇ ਐਕਸਪੀਰੀਅੰਸ ਤੋਂ ਪਤਾ ਲੱਗਦਾ। ਸਾਨੂੰ ਪਿਛਲੇ ਪੂਰਵਜ ਦੱਸ ਕੇ ਜਾਂਦੇ ਕਿ ਅੱਛਾ ਇੱਦਾਂ ਦੀ ਪ੍ਰੋਬਲਮ ਹੋਵੇ ਤਾਂ ਆਪਾਂ ਇੱਦਾਂ ਕਰਕੇ ਉਹਨੂੰ ਠੀਕ ਕਰ ਸਕਦੇ ਹਾਂ। ਕੀ ਸਮਝ ਆ ਰਿਹਾ? ਓਕੇ, ਸੋ ਜੇ ਐਕਸਪੀਰੀਅੰਸ ਵੀ ਨਾ ਹੋਵੇ, ਦੇਖੋ ਕਈ ਵਾਰ ਕੋਈ ਨਵੀਂ ਸਿਚੁਏਸ਼ਨ ਆ ਜਾਂਦੀ ਹੈ, ਹੁਣ ਉਹਦੇ ਲਈ ਸਾਡੇ ਕੋਲ ਕੋਈ ਪੁਰਾਣਾ ਕੋਈ ਸਾਇੰਟੀਫਿਕ ਜਾਂ ਕੋਈ ਲੀਗਲ ਜਾਂ ਬਾਇਓਲੋਜੀਕਲ ਜਾਂ ਕੋਈ ਇੱਦਾਂ ਦਾ ਕੋਈ ਫੈਕਟ ਹੈ ਹੀ ਨਹੀਂ, ਨਾ ਹੀ ਸਾਡੇ ਕੋਲ ਪਾਸਟ ਦਾ ਕੋਈ ਕੀ ਹੈ ਐਕਸਪੀਰੀਅੰਸ ਹੈ। ਸੋ ਫਿਰ ਆਪਾਂ ਕੀ ਕਰਾਂਗੇ? ਸੋ ਸਮਟਾਈਮਸ ਅ ਸਟੇਟਡ ਪ੍ਰੋਬਲਮ ਇਜ਼ ਅ ਨਿਊ ਵਨ ਐਂਡ ਨਾਈਦਰ ਫੈਕਟ nor any experience is available, then we have to use our own logical reasoning to find out correct course of action to that problem. ਫਿਰ ਸਾਨੂੰ ਆਪਣੇ logical reasoning ਨੂੰ use ਕਰਨਾ ਪਏਗਾ ਵੀ ਅੱਛਾ ਇੱਦਾਂ ਕਰੀਏ ਤਾਂ ਇੱਦਾਂ ਹੋ ਸਕਦਾ। ਕੀ ਕਲੀਅਰ ਹੋ ਗਿਆ? ਇਹ ਉਹ ਨਵੀਂ ਸਿਚੁਏਸ਼ਨ ਹੋ ਸਕਦੀ ਕਿ ਸਾਨੂੰ ਕੁਝ ਨਹੀਂ ਪਤਾ, ਮੇ ਬੀ ਕੋਈ ਐਕਸਪੀਰੀਅੰਸ ਨਹੀਂ ਹੈਗਾ, ਕੋਈ ਫੈਕਟ ਨਹੀਂ ਹੈਗਾ। ਕੀ ਸਮਝ ਰਹੇ ਹੋ? ਇਹਨੂੰ ਆਪਾਂ ਚੈੱਕ ਕਰਾਂਗੇ, ਇਹਨੂੰ ਕਿਸ ਤਰ੍ਹਾਂ ਯੂਜ਼ ਕਰਾਂਗੇ ਆਪਾਂ। ਹੁਣ ਇਹ ਤਾਂ ਪਤਾ ਲੱਗ ਗਿਆ ਕਿ ਜੇ ਕੋਈ ਪ੍ਰੋਬਲਮ ਹੈ ਉਹਨੂੰ ਰਿਡਿਊਸ ਕਰਨਾ ਹੈ, ਅਤੇ ਉਹ ਰਿਡਿਊਸ ਕਿੱਦਾਂ ਕਰਨਾ ਹੈ। ਆਪਾਂ ਕੋਈ ਵੀ ਫੈਕਟ ਯੂਜ਼ ਕਰ ਸਕਦੇ ਹਾਂ, ਕੋਈ ਵੀ ਐਕਸਪੀਰੀਅੰਸ ਯੂਜ਼ ਕਰ ਸਕਦੇ ਹਾਂ। ਜੇ ਦੋਨੋਂ ਹੀ ਨਹੀਂ ਹੈ ਤਾਂ ਆਪਾਂ ਨੂੰ ਕੀ ਯੂਜ਼ ਕਰਨਾ ਪਏਗਾ? ਆਪਣੀ ਅੰਡਰਸਟੈਂਡਿੰਗ, ਲੌਜੀਕਲ ਰੀਜ਼ਨਿੰਗ, ਆਪਣੀ ਅੰਡਰਸਟੈਂਡਿੰਗ ਨੂੰ ਯੂਜ਼ ਕਰਨਾ ਪਏਗਾ। ਹੁਣ ਆਪਾਂ ਚੈੱਕ ਕਰਨਾ ਹੈ ਕਿ ਹਾਊ ਟੂ ਡਿਟਰਮਿਨ ਵੈਦਰ ਪਰਟੀਕੁਲਰ ਕੋਰਸ ਆਫ ਐਕਸ਼ਨ ਇਜ਼ ਪ੍ਰੈਕਟੀਕਲ ਔਰ ਨਾਟ। ਕਿਵੇਂ ਚੈੱਕ ਕਰੀਏ ਕਿ ਕੋਈ ਕੋਰਸ ਆਫ ਐਕਸ਼ਨ ਇਹ ਪ੍ਰੈਕਟੀਕਲ ਹੈਗਾ ਕਿ ਨਹੀਂ।
ਉਹਦੇ ਲਈ ਵੀ ਆਪਾਂ ਕੀ ਚੈੱਕ ਕਰਾਂਗੇ, ਦੋ ਚੀਜ਼ਾਂ। ਟੂ ਚੈੱਕ ਦਿਸ ਵੀ ਫੋਲੋ ਫੋਲੋਇੰਗ ਰੂਲਸ। ਸੋ ਇਹਨੂੰ ਲਈ ਆਪਾਂ ਫੋਲੋਇੰਗ ਰੂਲਸ ਇੰਪਲੀਮੈਂਟ ਕਰਦੇ ਹਾਂ। ਪਹਿਲਾ ਕੀ ਹੈ, ਆਰ ਯੂ ਕਿਲਿੰਗ ਏ ਮੋਸਕੀਟੋ ਵਿਦ ਏ ਸੌਰਡ ਔਰ ਐਨ ਐਲੀਫੈਂਟ ਵਿਦ ਏ ਨੀਡਲ। ਮੈਨੂੰ ਇੱਕ ਗੱਲ ਦੱਸੋ, ਕੀ ਕਿਸੇ ਮੱਛਰ ਨੂੰ ਸੌਰਡ ਨਾਲ ਮਾਰਿਆ ਜਾ ਸਕਦਾ? ਕੀ ਇਹ ਪ੍ਰੈਕਟੀਕਲ ਹੈ? ਮਤਲਬ ਕੋਈ ਨਿੱਕੀ ਜਿਹੀ ਪ੍ਰੋਬਲਮ ਹੈ ਤੇ ਤੁਹਾਨੂੰ ਮੈਂ ਸੋਲਿਊਸ਼ਨ ਪਹਾੜ ਜਿੰਨਾ ਦੇ ਰਿਹਾ, ਮਤਲਬ 10 ਰੁਪਏ ਦੀ ਪ੍ਰੋਬਲਮ ਨੂੰ ਮੈਂ 100 ਰੁਪਏ ਦੇ ਸੋਲਿਊਸ਼ਨ ਨਾਲ ਮੈਂ ਠੀਕ ਕਰ ਰਿਹਾ, ਕੀ ਇਹ ਸਹੀ ਹੈ? ਸੋ ਕੋਈ ਪਰਸਨ ਜੇ ਨਿੱਕੀ ਜਿਹੀ ਪ੍ਰੋਬਲਮ ਲੈ ਕੇ ਆ ਰਿਹਾ ਜੋ ਕਿ ਬਹੁਤ ਹੀ ਜ਼ਿਆਦਾ ਮਾਈਨਰ ਹੈ, ਮੋਸਕੀਟੋ ਵਰਗੀ ਹੈ, ਬਟ ਆਪਾਂ ਉਹਨੂੰ ਸੌਰਡ ਵਰਗਾ ਸੋਲਿਊਸ਼ਨ ਦੇ ਰਹੇ ਹਾਂ, ਇਹ ਪ੍ਰੈਕਟੀਕਲ ਨਹੀਂ ਹੈ। ਇਹ ਸਮਝ ਰਹੇ ਹੋ ਕਿ ਨਹੀਂ? 1 ਰੁਪਏ ਦੀ ਪ੍ਰੋਬਲਮ ਲਈ ਆਪਾਂ 100 ਰੁਪਏ ਦਾ ਖਰਚਾ ਕਰ ਸਕਦੇ ਹਾਂ? ਇਹ ਤਾਂ ਸਮਝਦਾਰੀ ਨਹੀਂ ਹੈ। ਕੀ ਸਮਝ ਰਹੇ ਹੋ? देयर शुड बी पैरिटी बिटवीन द प्रॉब्लम एंड द सोल्यूशन। पैरिटी ਕੀ ਹੁੰਦਾ? ਬਰਾਬਰ ਥੋੜਾ ਹੋਣਾ ਚਾਹੀਦਾ, ਜਿੱਦਾਂ ਦੀ ਪ੍ਰੋਬਲਮ ਹੋਣੀ ਚਾਹੀਦੀ ਹੈ ਉਦਾਂ ਦਾ ਹੀ ਕੀ ਹੋਣਾ ਚਾਹੀਦਾ ਹੈ, ਸੋਲਿਊਸ਼ਨ ਹੋਣਾ ਚਾਹੀਦਾ ਹੈ। A very big solution for a very small problem is not advisable। ਤੇ ਇਹ ਹੋਣਾ ਵੀ ਨਹੀਂ ਚਾਹੀਦਾ। ਕੀ ਆ ਕਲੀਅਰ ਹੋ ਰਿਹਾ ਕਿ ਨਹੀਂ? ਸੋ ਕੀ ਆਪਾਂ ਪ੍ਰੋਬਲਮ ਤੇ ਸੋਲਿਊਸ਼ਨ ਦੇ ਵਿੱਚ ਪੈਰਿਟੀ ਦੇਖ ਰਹੇ ਹਾਂ ਕਿ ਕਿਤੇ ਆਪਾਂ ਇੱਦਾਂ ਤਾਂ ਨਹੀਂ ਕਿ ਕੋਈ ਪਤਾ ਨਹੀਂ ਹੈ ਕਿ ਨਿੱਕੀ ਜਿਹੀ ਕੋਈ ਪ੍ਰੋਬਲਮ ਸੀ ਤਾਂ ਆਪਾਂ ਬਹੁਤ ਵੱਡਾ ਸੋਲਿਊਸ਼ਨ ਦੇ ਦਿੱਤਾ, ਜਾਂ ਫਿਰ ਬਹੁਤ ਵੱਡੀ ਪ੍ਰੋਬਲਮ ਹੈ ਤੇ ਆਪਾਂ ਸੋਲਿਊਸ਼ਨ ਇੱਦਾਂ ਦੇ ਰਹੇ ਜਿੰਨਾ ਕੋਈ ਫਰਕ ਹੀ ਨਾ ਪਏ, ਉਹ ਪ੍ਰੋਬਲਮ ਨੂੰ ਸੋਲਵ ਨਹੀਂ ਕਰੇਗੀ। ਸੋ ਦੈਟ ਮੀਨਸ ਉਹ ਕੋਈ ਪ੍ਰੈਕਟੀਕਲ ਆਂਸਰ ਨਹੀਂ ਹੈ। ਕੀ ਸਮਝ ਆ ਰਿਹਾ ਕਿ ਨਹੀਂ? ਸੈਕੰਡ ਕੀ ਹੈ, whether to determine whether a particular course of action is practical or not। ਆਰ ਯੂ ਸੋਲਵਿੰਗ ਏ ਪ੍ਰੋਬਲਮ ਔਰ ਕ੍ਰੀਏਟਿੰਗ ਏ ਨਿਊ ਵਨ। ਇਹਦਾ ਮਤਲਬ ਕੀ ਹੈ ਕਿ ਤੁਸੀਂ ਕੋਈ ਪ੍ਰੋਬਲਮ ਨੂੰ ਸੋਲਵ ਕਰ ਰਹੇ ਹੋ ਕਿ ਕੋਈ ਨਵੀਂ ਕ੍ਰੀਏਟ ਕਰ ਰਹੇ ਹੋ। ਫॉर एग्जांपल द ਸਜੈਸਟਡ ਕੋਰਸ ਆਫ ਐਕਸ਼ਨ ਸ਼ੁੱਡ ਸੋਲਵ ਦ ਪ੍ਰੋਬਲਮ ਬਟ ਨਾਟ ਕ੍ਰੀਏਟ ਅ ਨਿਊ ਵਨ। ਸੋ ਜੇ ਕੋਈ ਐਗਜ਼ਾਮਪਲ ਹੈ, ਦ ਪ੍ਰੋਬਲਮ ਆਫ ਟੈਕਸ ਇਵੇਜਨ। ਇਵੇਜਨ ਹੁੰਦਾ ਟੈਕਸ ਦੀ ਚੋਰੀ, ਜਿਹੜੀ ਪ੍ਰੋਬਲਮ ਹੈ ਟੈਕਸ ਦੀ ਚੋਰੀ ਦੀ ਹੈਜ਼ ਰੀਚਡ ਐਨ ਅਲਾਰਮਿੰਗ ਲੈਵਲ। ਉਹ ਬਹੁਤ ਵੱਡੇ ਲੈਵਲ ਤੇ ਪਹੁੰਚ ਗਈ ਹੈ ਰੀਸੈਂਟ ਈਅਰਸ ਵਿੱਚ। ਹੁਣ ਟੈਕਸ ਦੀ ਚੋਰੀ ਬਹੁਤ ਵੱਡੇ ਲੈਵਲ ਤੇ ਪਹੁੰਚ ਗਈ ਹੈ, ਇਹਦਾ ਸੋਲਿਊਸ਼ਨ ਕੀ ਹੈ? ਟੈਕਸ ਨੂੰ ਖਤਮ ਕਰ ਦਿਓ। ਸੋ ਹੁਣ ਜੇ ਟੈਕਸ ਨੂੰ ਖਤਮ ਹੀ ਕਰ ਦਈਏ, ਬਟ ਓਬਵੀਅਸ ਹੈ ਜੇ ਟੈਕਸ ਹੀ ਹੈ ਨਹੀਂ ਤਾਂ ਟੈਕਸ ਦੀ ਚੋਰੀ ਤਾਂ ਪੋਸੀਬਲ ਹੀ ਨਹੀਂ ਹੈ, ਪ੍ਰੋਬਲਮ ਤਾਂ ਜੜੋਂ ਹੀ ਖਤਮ ਹੋ ਗਈ। ਜਿਹੜੀ ਚੀਜ਼ ਹੈ ਹੀ ਨਹੀਂ ਉਹਦੀ ਚੋਰੀ ਹੋ ਸਕਦੀ। ਬਟ ਪ੍ਰੋਬਲਮ ਇਹ ਹੈ ਕਿ ਇਹ ਪ੍ਰੈਕਟੀਕਲ ਹੈ, ਇਹਨਾਂ ਬਹੁਤ ਵੱਡੀਆਂ ਪ੍ਰੋਬਲਮਸ ਖੜੀਆਂ ਹੋ ਜਾਣੀਆਂ, ਗਵਰਨਮੈਂਟ ਤਾਂ ਚੱਲ ਹੀ ਨਹੀਂ ਪਾਏਗੀ। ਗਵਰਨਮੈਂਟ ਕੋਲ ਕਿਹੜਾ ਰੈਵਨਿਊ ਹੈ? ਗਵਰਨਮੈਂਟ ਨੇ ਤਾਂ ਚੱਲਣਾ ਹੈ ਕਿ ਨਹੀਂ? ਗਵਰਨਮੈਂਟ ਨੂੰ ਤਾਂ ਚਲਾਉਣਾ ਪਏਗਾ, ਉਹ ਕੋਲ ਰੈਵਨਿਊ ਕਿੱਥੇ? ਆਈ ਹੋਪ ਤੁਹਾਨੂੰ ਕਲੀਅਰ ਹੋ ਰਿਹਾ। ਬਿਲਕੁਲ ਇਹ ਗਲਤ ਹੈ। ਟੈਕਸਿਸ ਸ਼ੁੱਡ ਬੀ ਅਬੋਲਿਸ਼ਡ। ਇਹ ਟੋਟਲੀ ਗਲਤ ਹੈ। ਕਿਉਂ ਗਲਤ ਹੈ? ਕਿਉਂਕਿ ਇਹ ਪ੍ਰੈਕਟੀਕਲ ਨਹੀਂ ਹੈ। ਅੱਛਾ, ਟੈਕਸਿਸ ਖਤਮ ਕਰ ਦੇਣੇ, ਠੀਕ ਹੈ, ਟੈਕਸ ਇਵੇਜਨ ਦੀ ਪ੍ਰੋਬਲਮ ਤਾਂ ਖਤਮ ਹੋ ਗਈ, ਪ੍ਰੋਬਲਮ ਖਤਮ ਹੋ ਜਾਏਗੀ, ਬਟ ਇਹਨਾਂ ਜਿਹੜੀਆਂ ਨਵੀਆਂ ਪ੍ਰੋਬਲਮ ਸ਼ੁਰੂ ਹੋਣੀਆਂ ਹੈ। ਸੋ ਆਪਾਂ ਦੇਖੋ ਥੋੜਾ ਜਿਹਾ ਸਮਝਣਾ ਹੈ ਇੱਥੇ, ਇੱਕ ਚੀਜ਼ ਇੱਕ ਹੋਰ ਸਮਝਣੀ ਹੈ। ਸੋ ਟੈਕਸਿਸ ਸ਼ੁੱਡ ਬੀ ਅਬੋਲਿਸ਼ਡ। ਇਹ ਇੱਦਾਂ ਦੀ ਇੱਕ ਚੀਜ਼ ਹੈ, ਜੇ ਆਪਾਂ ਇਹਨੂੰ ਇੰਪਲੀਮੈਂਟ ਕਰੀਏ ਤਾਂ ਬਹੁਤ ਵੱਡੀ, ਇਹ ਤੋਂ ਵੀ ਜਿਹੜੀ ਆਹ ਪ੍ਰੋਬਲਮ ਹੈ ਇਹ ਤੋਂ ਵੀ ਵੱਡੀ ਪ੍ਰੋਬਲਮ ਸਟਾਰਟ ਹੋ ਜਾਏਗੀ। ਕੀ ਕਲੀਅਰ ਹੋ ਗਿਆ ਕਿ ਨਹੀਂ? ਜੋ ਕਿ ਅਫੋਰਡੇਬਲ ਨਹੀਂ ਹੈ, ਠੀਕ ਹੈ। ਸੋ ਵਾਈਲ ਅਟੈਂਪਟਿੰਗ ਆਲ ਥੀਸ ਕੁਐਸਚਨਸ ਯੂ ਸ਼ੁਡ ਕੰਸੀਡਰ ਯੋਰਸੈਲਫ ਅ ਗਵਰਨਮੈਂਟ EMPLOYE। ਤੁਸੀਂ ਆਪਣੇ ਆਪ ਨੂੰ ਕੀ ਕੰਸੀਡਰ ਕਰਨਾ ਹੈ? ਗਵਰਨਮੈਂਟ EMPLOYE। ਯੂ ਸ਼ੁਡ ਨਾਟ ਕੰਸੀਡਰ ਯੋਰ ਪਰਸਨਲ ਓਪੀਨੀਅਨ ਔਰ ਐਕਸਪੀਰੀਅੰਸ ਔਰ ਬਾਇਸਨੈਸ। ਤੁਸੀਂ ਆਪਣੇ ਪਰਸਨਲ ਐਕਸਪੀਰੀਅੰਸਿਸ ਜਿਹੜੇ ਹੈਗੇ ਨਾ ਤੁਹਾਡੇ, ਕਿ ਤੁਹਾਨੂੰ ਕੀ ਮਹਿਸੂਸ ਹੋਇਆ, ਠੀਕ ਹੈ, ਉਹਨੂੰ ਤੁਸੀਂ ਵਿੱਚ ਨਹੀਂ ਲੈ ਕੇ ਆਉਣਾ। ਕੀ ਇਹ ਸਮਝ ਆ ਰਿਹਾ ਕਿ ਨਹੀਂ? ਇੱਕ ਪੋਰਸ਼ਨ ਹੈ ਥੋੜਾ ਜਿਹਾ ਆ ਵੀ ਸਮਝਣਾ ਹੈ ਕਿ ਆਪਾਂ ਜਦੋਂ ਆਹ ਵਾਲਾ ਪੋਰਸ਼ਨ ਇੰਪਲੀਮੈਂਟ ਕਰਨਾ ਹੈ ਨਾ, ਪ੍ਰੈਕਟੀਕੈਲਿਟੀ ਦੇਖਣ ਦੇ ਲਈ ਆਪਾਂ ਇਹ ਤਾਂ ਜ਼ਰੂਰ ਚੈੱਕ ਕਰਾਂਗੇ। ਪਹਿਲਾ ਦੇਖੋ, ਪ੍ਰੋਬਲਮ ਸੋਲਵ ਕਰਨ ਦੇ ਲਈ ਆਪਾਂ ਕੀ ਯੂਜ਼ ਕਰ ਸਕਦੇ ਹਾਂ? ਰਿਡਿਊਸ ਕਰਨ ਦੇ ਲਈ ਕਿ ਬਈ ਉਹ ਆਪਾਂ ਫੈਕਟਸ ਯੂਜ਼ ਕਰ ਸਕਦੇ ਹਾਂ, ਐਕਸਪੀਰੀਅੰਸ ਯੂਜ਼ ਕਰ ਸਕਦੇ ਹਾਂ, ਜਾਂ ਆਪਣੀ ਲੌਜੀਕਲ ਅੰਡਰਸਟੈਂਡਿੰਗ ਯੂਜ਼ ਕਰ ਸਕਦੇ ਹਾਂ। ਇਹ ਚੈੱਕ ਕਰਨ ਦੇ ਲਈ ਕਿ ਇਹ ਪ੍ਰੈਕਟੀਕਲ ਹੈਗਾ ਕਿ ਨਹੀਂ, ਉਹਦੇ ਲਈ ਆਪਾਂ ਕੀ ਕਰਾਂਗੇ? ਇਹ ਚੈੱਕ ਕਰਨ ਲਈ ਕਿ ਉਹ ਪ੍ਰੈਕਟੀਕਲ ਹੈਗਾ ਕਿ ਨਹੀਂ, ਇਹ ਲਈ ਆਪਾਂ ਕੀ ਯੂਜ਼ ਕਰਾਂਗੇ? ਪਹਿਲਾਂ ਇਹ ਚੈੱਕ ਕਰਾਂਗੇ ਕਿ ਪ੍ਰੋਬਲਮ ਸੋਲਿਊਸ਼ਨ 'ਚ ਪੈਰਿਟੀ ਹੈਗੀ ਹੈ, ਕਿਤੇ ਇੱਦਾਂ ਤਾਂ ਨਹੀਂ ਪ੍ਰੋਬਲਮ ਤੇ ਸੋਲਿਊਸ਼ਨ 'ਚ ਬੜੀ ਭਿੰਨਤਾ ਹੈ, ਕੋਈ ਛੋਟੀ ਜਿਹੀ ਪ੍ਰੋਬਲਮ ਤੇ ਸੋਲਿਊਸ਼ਨ ਬਹੁਤ ਵੱਡਾ। ਆਪਾਂ ਇਹ ਚੈੱਕ ਕਰਨਾ ਹੈ, ਇੱਦਾਂ ਨਹੀਂ ਹੋਣਾ ਚਾਹੀਦਾ, ਉਹ ਪ੍ਰੈਕਟੀਕਲ ਨਹੀਂ ਹੈ। ਦੂਸਰਾ ਪੋਰਸ਼ਨ ਆਪਾਂ ਕੀ ਚੈੱਕ ਕਰਨਾ ਹੈ? ਆਪਾਂ ਇਹ ਚੈੱਕ ਕਰਨਾ ਹੈ ਕਿ ਕਿਤੇ ਆਪਾਂ ਜਿਹੜਾ ਸੋਲਿਊਸ਼ਨ ਦੇ ਰਹੇ ਹਾਂ ਕਿਤੇ ਉਹਨਾਂ ਹੋਰ ਕੋਈ ਵੱਡੀ ਪ੍ਰੋਬਲਮ ਤਾਂ ਨਹੀਂ ਸਟਾਰਟ ਹੋ ਰਹੀ। ਜਿੱਦਾਂ ਹੋ ਰਿਹਾ ਤਾਂ ਫਿਰ ਉਹ ਵੀ ਸੋਲਿਊਸ਼ਨ ਠੀਕ ਨਹੀਂ ਹੈ, ਪ੍ਰੈਕਟੀਕਲ ਨਹੀਂ ਹੈ, ਭਾਵੇਂ ਉਹ ਪ੍ਰੋਬਲਮ ਨੂੰ ਸੋਲਵ ਕਰਦਾ ਹੋਵੇ, ਉਹ ਪ੍ਰੈਕਟੀਕਲ ਨਹੀਂ ਹੈ। ਬਟ ਆਪਾਂ ਇਹ ਧਿਆਨ ਰੱਖਣਾ ਹੈ ਕਿ ਜੇ ਕੋਈ ਪ੍ਰੋਬਲਮ ਹੈ, ਠੀਕ ਹੈ, ਕੀ ਹੈ ਪ੍ਰੋਬਲਮ ਹੈ, ਉਹਨੂੰ ਸੋਲਵ ਕਰਨ ਦੇ ਲਈ ਆਪਾਂ ਜੋ ਸੋਲਿਊਸ਼ਨ ਦਿੱਤਾ, ਠੀਕ ਹੈ,
ਉਹ ਉਸ ਪ੍ਰੋਬਲਮ ਨੂੰ ਕੀ ਕਰ ਰਿਹਾ, ਖਤਮ ਕਰ ਰਿਹਾ ਹੈ, ਬਟ ਉਹਦੇ ਕਰਕੇ ਇੱਕ ਛੋਟੀ ਮੋਟੀ ਪ੍ਰੋਬਲਮ ਹੋ ਸਕਦੀ ਹੈ। ਕੀ ਸਮਝ ਆ ਰਿਹਾ ਹੈ ਕਿ ਨਹੀਂ? ਇੱਕ ਛੋਟੀ ਮੋਟੀ ਪ੍ਰੋਬਲਮ ਐਗਜ਼ਿਸਟ ਕਰ ਸਕਦੀ ਹੈ। ਹੁਣ ਕੀ ਕਰੀਏ, ਹੁਣ ਡਿਸੀਜ਼ਨ ਲਈਏ, ਉਹ ਡਿਪੈਂਡ ਕਰਦਾ ਹੈ ਕਿ ਪ੍ਰੋਬਲਮ ਕਿੰਨੀ ਸੀਵੀਅਰ ਹੈ। ਫॉर एग्जाम्पल कोई पर्सन है जो किसी डॉक्टर को जाता है, किस को जाता है, डॉक्टर को, सो मोस्ट लाइकली उन्होंने कोई बीमारी होएगी। सो कोई पर्सन है जो किसी डॉक्टर को जाता है, ठीक है, कोई पेशेंट जाता है, ठीक है, सो उन्होंने कोई बीमारी होएगी, डॉक्टर को गया, उन डॉक्टर उन्होंने की देगा, मैडिसिन देगा। सब तो पहले उन्हें समझना है कि डॉक्टर है जो मैडिसिन देगा, सो डॉक्टर को सब तो पहले ये पता है कि जिहड़ी भी मैडिसिन मैं दूंगा उसका साइड इफेक्ट होएगा। समझ रहे हो कि नहीं? कोई इदां दी मैडिसिन है ही नहीं जिहदा बॉडी ते इफेक्ट ना पाए, ये प्रूव्ड है साइंटिफिकली। ਕੀ ਸਮਝ ਆ ਰਿਹਾ ਮੈਂ ਕੀ ਕਹਿ ਰਿਹਾ? ਸੋ ਹੁਣ ਉਹ ਇਹਨੂੰ ਮੈਡੀਸਿਨ ਦੇਗਾ, ਠੀਕ ਹੈ, ਕੋਈ ਪਿਲ ਦਿੱਤੀ ਇਹਨੇ, ਠੀਕ ਹੈ, ਪੇਸ਼ੈਂਟ ਨੂੰ, ਤੇ ਇਹਨੂੰ ਡਾਕਟਰ ਨੂੰ ਪਤਾ ਹੈ ਜੀ ਇਹ ਪੇਸ਼ੈਂਟ ਨੂੰ ਮੈਂ ਮੈਡੀਸਿਨ ਦਊਂਗਾ ਤੇ ਇਹਦਾ ਇਹ ਸਾਈਡ ਇਫੈਕਟ ਹੋਏਗਾ, ਬਟ ਹੁਣ ਉਹਨੂੰ ਕੀ ਕਰੇ, ਮੈਡੀਸਿਨ ਦੇ ਕਿ ਨਾ ਦੇ, ਕਿਉਂ ਕੀ ਸੋਚੇਗਾ? ਹੁਣ ਇਹ ਡਾਕਟਰ ਦਾ ਡਿਸੀਜ਼ਨ ਹੈ। ਜੇ ਤਾਂ ਪੇਸ਼ੈਂਟ ਦੀ ਪ੍ਰੋਬਲਮ ਸੀਰੀਅਸ ਹੈ, ਜੋ ਸਿਵੀਅਰਿਟੀ ਦੇ ਕੇਸ ਦੇ ਵਿੱਚ ਹੈ, ਸਿਵੀਅਰਿਟੀ ਸਮਝਦੇ ਹੋ ਕਿ ਉਹ ਸੀਰੀਅਸ ਹੈ ਤੇ ਉਹ ਮੇ ਬੀ ਹੀ ਲਾਈਫ ਥ੍ਰੈਟਨਿੰਗ ਪ੍ਰੋਬਲਮ ਹੈ ਜਾਂ ਕੁਝ ਵੀ ਹੈ, ਜਾਂ ਪ੍ਰੋਬਲਮ ਵੱਡੀ ਹੈ, ਸੋ ਡੈਫੀਨੇਟਲੀ ਉਹ ਡਾਕਟਰ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਮੈਡੀਸਿਨ ਦੇ ਦੇਗਾ, ਕਿਉਂਕਿ ਜਿਹੜਾ ਸਾਈਡ ਇਫੈਕਟ ਹੋਏਗਾ ਉਹ ਬਹੁਤ ਹੀ ਮਿਨੀਮਲ ਹੋਏਗਾ। ਸਮਝ ਲਓ, ਸਾਈਡ ਇਫੈਕਟ ਹੋਏਗਾ ਉਹ ਬਹੁਤ ਹੀ ਮਿਨੀਮਲ ਹੋਏਗਾ, ਤੇ ਉਹ ਬਾਅਦ ਚੋਂ ਉਹਨੂੰ ਸਾਈਡ ਇਫੈਕਟ ਨੂੰ ਡੀਲ ਕਰ ਸਕਦਾ, ਮਤਲਬ ਬਾਅਦ ਚੋਂ ਜੇ ਉਹਨਾਂ ਛੋਟੀ ਮੋਟੀ ਕੰਪਲਿਕੇਸ਼ਨ ਹੁੰਦੀ ਉਹਨੂੰ ਡੀਲ ਕਰ ਸਕਦਾ, ਘੱਟੋ ਘੱਟ ਉਹ ਲਾਈਫ ਥ੍ਰੈਟਨਿੰਗ ਤਾਂ ਨਹੀਂ ਹੈ। ਕੁਝ ਸਮਝ ਆ ਰਿਹਾ ਕਿ ਨਹੀਂ? ਬਟ ਲੈਟ ਸਪੋਜ਼ ਕਿ ਉਹ ਜਿਹੜੀ ਮੈਡੀਸਿਨ ਉਹ ਦੇ ਰਿਹਾ ਹੈ, ਸੋ ਉਹਦੇ ਸਾਈਡ ਇਫੈਕਟ ਵੱਡਾ ਹੈ ਕਿਹਦੇ ਨਾਲੋਂ, क्योर करने वालों, मतलब उन्होंने क्योर तो कर दे, ਉਹਦੀ ਪਹਿਲੀ ਪ੍ਰੋਬਲਮ ਨੂੰ ਠੀਕ ਕਰ ਦੇਗਾ, ਬਟ ਦੂਸਰੀ ਪ੍ਰੋਬਲਮ ਉਹਨੂੰ ਹੋਰ ਵੱਡੀ ਬਿਮਾਰੀ ਲਗਾ ਦੇਗਾ, ਫਿਰ ਉਹ ਸਹੀ ਹੈ? ਉਹ ਬਿਲਕੁਲ ਵੀ ਸਹੀ ਨਹੀਂ ਹੈ। ਕੀ ਸਮਝ ਆ ਰਿਹਾ ਕਿ ਨਹੀਂ? ਸੋ ਦੈਟ ਇਜ਼ ਦ ਚੋਇਸ ਆਫ ਦ ਡਾਕਟਰ ਕਿ ਬਈ ਉਹ ਉਸ ਸਿਚੁਏਸ਼ਨ ਨੂੰ ਕਿਵੇਂ ਸੋਲਵ ਕਰਨਾ ਚਾਹੁੰਦਾ ਹੈ। ਉਹਦੇ ਸਾਹਮਣੇ ਪ੍ਰੋਬਲਮ ਆ ਗਈ ਜੀ, ਮੈਨੂੰ ਆ ਦਿੱਕਤ ਹੈ, ਪੇਸ਼ੈਂਟ ਆਇਆ ਕਹਿੰਦਾ ਜੀ ਮੈਨੂੰ ਆ ਦਿੱਕਤ ਹੈ, ਮੈਨੂੰ ਠੀਕ ਕਰੋ, ਉਦੋਂ ਹੁਣ ਉਹਦਾ ਐਕਸ਼ਨ ਕੀ ਹੋਏਗਾ, ਕੋਰਸ ਆਫ ਐਕਸ਼ਨ ਕੀ ਹੋਏਗਾ, ਉਹ ਡਿਪੈਂਡ ਕਰਦਾ ਡਾਕਟਰ ਤੇ। ਉਹ ਦੇਖਦਾ ਹੈ ਕਿ ਇਹ 'ਚ ਪ੍ਰੋਬਲਮ ਕਿੱਦਾਂ ਦੀ ਹੈ, ਠੀਕ ਹੈ, ਉਹ ਮੈਡੀਸਿਨ ਦੇ ਦੇਗਾ। ਸੋ ਇਸ ਇਨ ਕੇਸ 'ਚ ਉਹਨੂੰ ਪਤਾ ਹੈ ਕਿ ਮੈਡੀਸਿਨ ਦਾ ਸਾਈਡ ਇਫੈਕਟ ਤਾਂ ਹੈਗਾ ਹੀ ਹੈ ਬਿਲਕੁਲ, ਜੇ ਉਹ ਤਾਂ ਬਾਅਦ 'ਚ ਉਹਨੂੰ ਆਰਾਮ ਨਾਲ ਟਰੀਟ ਕਰ ਸਕਦਾ, ਉਹ ਡੈਫੀਨੇਟਲੀ ਉਹਨੂੰ ਮੈਡੀਸਿਨ ਦੇ ਦੇਗਾ, ਕਿਉਂਕਿ ਉਹਦੇ ਲਈ ਇੰਪੋਰਟੈਂਟ ਕੀ ਹੈ ਉਸ ਟਾਈਮ ਪ੍ਰੋਬਲਮ ਨੂੰ ਸੋਲਵ ਕਰਨਾ। ਬਟ ਡੈਫੀਨੇਟਲੀ ਜੇ ਉਹ ਪ੍ਰੋਬਲਮ ਐਡੀ ਵੱਡੀ ਨਹੀਂ ਹੈ ਤੇ ਉਹ ਕਹਿੰਦਾ ਕਿ ਮੈਡੀਸਿਨ ਦੀ ਲੋੜ ਨਹੀਂ ਹੈ, ਜੇ ਖਾਊਂਗੇ ਤਾਂ ਐਵੇਂ ਵੱਡਾ ਨੁਕਸਾਨ ਹੋ ਜਾਏਗਾ, ਦੈਨ ਉਹ ਨਹੀਂ ਯੂਜ਼ ਕਰੇ, ਨਹੀਂ ਦੇਗਾ। ਆਈ ਹੋਪ ਤੁਹਾਨੂੰ ਸਮਝ ਆਉਂਦਾ, ਠੀਕ ਹੈ। ਸੋ ਇਹ ਥੋੜਾ ਜਿਹਾ ਆਪਾਂ ਨੂੰ ਧਿਆਨ ਰੱਖਣਾ ਪਏਗਾ ਪ੍ਰੋਬਲਮ ਨੂੰ ਠੀਕ ਸੋਲਵ ਕਰਦੇ ਹੋਏ। ਕਈ ਵਾਰ ਆਪਾਂ ਸੋਲੂਸ਼ਨ ਦੇ ਦਿੰਦੇ ਹਾਂ, ਛੋਟੀ ਮੋਟੀ ਪ੍ਰੋਬਲਮ ਉਹਨਾਂ ਐਗਜ਼ਿਸਟ ਸਟਿਲ ਕਰ ਸਕਦੀ ਹੈ। ਤੁਸੀਂ ਹਰੇਕ 'ਚ ਕਹੋਗੇ ਸਰ ਇਹ 'ਚ ਵੀ ਤਾਂ ਪ੍ਰੋਬਲਮ ਹੁੰਦੀ ਹੈ, ਨਹੀਂ, ਜੇ ਉਹਨੂੰ ਮੈਨੇਜ ਕੀਤਾ ਜਾ ਸਕਦਾ ਦੈਟ ਇਜ਼ ਫਾਈਨ। ਕੀ ਕਲੀਅਰ ਹੋ ਰਿਹਾ ਕਿ ਨਹੀਂ? ਪੁੱਛਣਾ ਹੈ ਕੁਛ ਇਹ 'ਚ? ਆ ਪਤਾ ਲੱਗ ਗਿਆ ਨਾ ਤੁਸੀਂ ਆਪਣੇ ਆਪ ਨੂੰ ਕਿੱਦਾਂ ਕੰਸੀਡਰ ਕਰਨਾ। ਹੁਣ ਤੁਹਾਨੂੰ ਇੱਕ ਸਟੇਟਮੈਂਟ ਦਿੱਤੀ ਹੋਏਗੀ, ਕੀ ਦਿੱਤੀ ਹੋਏਗੀ, ਇਸ ਤਰ੍ਹਾਂ ਸਟੇਟਮੈਂਟ ਦਿੱਤੀ ਹੋਏਗੀ, ਨੀਚੇ ਦੋ ਕੀ ਦਿੱਤੀਆਂ ਹੋਣੀਆਂ, ਅਜ਼ੰਪਸ਼ਨਸ, ਸੌਰੀ ਕੋਰਸ ਆਫ ਐਕਸ਼ਨ। ਕੀ ਦਿੱਤਾ ਹੋਏਗਾ, ਕੋਰਸ ਆਫ ਐਕਸ਼ਨ। ਸੋ ਤੁਸੀਂ ਦੱਸਣਾ ਹੈ ਜੇ ਤਾਂ ਕੋਰਸ ਆਫ ਐਕਸ਼ਨ ਪਹਿਲਾ ਸਹੀ ਹੈ ਦੂਜਾ ਸਹੀ ਨਹੀਂ ਹੈ, ਸੋ ਸਿਰਫ ਪਹਿਲਾ ਹੀ ਸਹੀ ਹੈ, ਤਾਂ ਕੀ ਆਨਸਰ ਆਏਗਾ ਫਸਟ। ਜੇ ਇਕੱਲਾ ਦੂਜਾ ਸਹੀ ਹੈ, ਜੇ ਦੋਨਾਂ 'ਚ ਕੋਈ ਇੱਕ ਸਹੀ ਹੈ, ਜੇ ਕੋਈ ਵੀ ਸਹੀ ਨਹੀਂ ਹੈ फोर्थ, तो दोनों सही है तो फिफ्थ। मोस्ट लाइकली थर्ड आंसर अवेलेबल होएगा ही नहीं। क्यों? क्योंकि आप दोनों च कोई एक इंप्लीमेंट कर दी, इदां दी सिचुएशन अजम्पशन नहीं ना होएगी। इस तरह हो सकता है, फॉर एग्जाम्पल चलो आप एक क्वेश्चन देख लेने पहला। Despite all the efforts by the government, 30 cases of polio were reported in state X, as the parents of those children remained uninformed of those drive against polio। वो कहता है despite all the efforts by the government, सारे efforts government दे लाण तो बाद भी 30 cases polio दे report होए state किसे X दे विच, क्योंकि पेरेंट्स ਜਿਹੜੇ ਸੀਗੇ ਉੱਥੇ ਬੱਚਿਆਂ ਦੇ, ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਮਿਲੀ ਸੀ ਇਸ ਅਗੇਂਸਟ ਪੋਲੀਓ ਦੇ ਅਗੇਂਸਟ ਡਰਾਈਵ ਦੀ ਜੋ ਕੈਂਪੇਨ ਚੱਲ ਰਿਹਾ ਸੀ। ਕੀ ਸਟੇਟਮੈਂਟ ਸਮਝ ਆਉਂਦੀ ਹੈ? ਹੁਣ ਇਹਦਾ ਕੋਰਸ ਆਫ ਐਕਸ਼ਨ ਕੀ ਹੈ ਜੀ? ਇਹ ਪ੍ਰੋਬਲਮ ਜਿਹੜੀ ਹੈ, ਪਹਿਲਾ ਸਟ੍ਰਿਕਟ ਐਕਸ਼ਨ ਸ਼ੁੱਡ ਬੀ ਟੇਕਨ ਅਗੇਂਸਟ ਦ ਪੇਰੈਂਟਸ ਆਫ ਦ ਚਿਲਡਰਨ ਅਫੈਕਟਡ ਅਪਨ ਪੋਲੀਓ।
ਸੋ ਸਟ੍ਰਿਕਟ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਉਹ ਪੇਰੈਂਟਸ ਦੇ ਖਿਲਾਫ ਜਿਹੜੇ ਜਿਨ੍ਹਾਂ ਦੇ ਬੱਚੇ ਪੋਲੀਓ ਤੋਂ ਅਫੈਕਟਡ ਹੈ। ਮੈਨੂੰ ਦੱਸੋ ਕਿ ਇਹਨਾਂ ਕੋਈ ਸੋਲੂਸ਼ਨ ਮਿਲੇਗਾ? ਮਿਲਣਾ ਕੋਈ ਸੋਲੂਸ਼ਨ ਨਹੀਂ, ਇਹਨਾਂ ਕੋਈ ਸੋਲੂਸ਼ਨ ਤਾਂ ਨਹੀਂ ਮਿਲ ਰਿਹਾ ਕੋਈ। ਅੱਛਾ, strict action should be taken against the doctors administering polio drops in the state। strict action ਲਿਆ ਜਾਣਾ ਚਾਹੀਦਾ ਡਾਕਟਰਸ ਅਗੇਂਸਟ ਜਿਹੜੇ ਕਿ ਉੱਥੇ ਪੋਲੀਓ ਡ੍ਰੌਪ ਦੇ ਰਹੇ ਸੀ, ਐਡਮਿਨਿਸਟਰ ਕਰ ਰਹੇ ਸੀ। ਸਹੀ ਹੈ, ਦੱਸੋ ਸਹੀ ਹੈ। ਸੋ ਆ ਵੀ ਗਲਤ ਹੈ ਤੇ ਇਹ ਵੀ ਗਲਤ ਹੈ। ਕੀ ਇਹਨਾਂ ਕੋਈ ਸੋਲੂਸ਼ਨ ਮਿਲੇਗਾ? हाँ, इन्हें एक और प्रॉब्लम स्टार्ट हो जाएगी। सोल्यूशन तो डेफिनेटली, क्योंकि वो बच्चे का तो कुछ नहीं हो सकता, ठीक है। बट जे आप ये पोर्शन जे लिया जाता है, देखो आपको क्यों पता लगता है गलत है, क्योंकि सारे एफर्ट्स किए गवर्नमेंट ने, ठीक है। सो डॉक्टर्स नू जे अगेंस्ट जे स्ट्रिक्ट एक्शन लिया जाएगा तो कि कोई डॉक्टर आएगा दोबारा पोलियो देने, क्योंकि डॉक्टर्स ने इन्नियां जिहड़ियां मेडिसिन प्रोवाइड कीतियां, सारी सर्विस प्रोवाइड की कि डॉक्टर्स नूं ये रहेगा मैं जिन्नी मर्जी एफर्ट कर ला, जे एक भी परसन बच गया मैं तो मेरे अगेंस्ट तो स्ट्रिक्ट एक्शन हो जाएगा, तो मैं फालतू च कल ही जावां, एक तो दवाई देवां। की होया सी, ये डिपेंड करता है कि जे इत्थे लिखिया हुंदा ना डॉक्टर्स दी अनगैली करके होया। मैं एक सिंपल चीज़ दसदा, तुहाडे सामने आ सिचुएशन आई, तुहानूं ये प्रॉब्लम दसी कि 30 बच्चे है जिहड़े, ठीक है, उन्हां दे पोलियो रिपोर्ट होया, हालांकि गवर्नमेंट ने सारे एफर्ट कीते सीगे, तुसीं की कहोगे डॉक्टरां नूं जाके जेल च बंद कर दोगे? मैं सिंपल ये चीज़ दसदा, लेट्स सपोज तुसीं डॉक्टर हो, ठीक है, तुसीं हुण तुहाडे अगेंस्ट एक्शन ले लईए, सी विदाउट प्रॉपर इत्थे इन्फॉर्मेशन कि सानू पता है इत्थे गलती किहदी है, नहीं कि आपां पेरेंट्स के अगेंस्ट एक्शन ले लीए, नो कि आपां डॉक्टर से अगेंस्ट एक्शन ले लीए, नो। पहले मैंने एक गल दसो कि सारे एफर्ट्स होने के बावजूद भी कोई छोटी मोटी मिसटेक हो सकती है कि ये मतलब तुहानू जेल च कर दईए बंद? ठीक है, ये तो एक सिंपल क्वेश्चन है वैसे। हाँ, एक मैं इन्फॉर्मेशन देना, जिवें कि इंडिया दे विच मेरे ख्याल नाल पिछले 4-5 सालों तो एक भी पोलियो का केस रिपोर्ट नहीं होया। सो वर्ल्ड हेल्थ ऑर्गेनाइजेशन, इवन यूनाइटेड नेशंस ने भी डिक्लेयर किया है कि इंडिया इज़ पोलियो फ्री कंट्री नाउ। समझ लो, जेडे पहला केस आ गए हुण जेडे 4-5 सालों तो कोई भी केस रिपोर्ट नहीं होया। समझ आंदा है कि नहीं? नहीं, मैं ਉਹਦੀ ਗੱਲ नहीं कर रहा पे इंडिया च होया कि नहीं होया, मैं ये कह रहा कि ਇਹਦਾ ਜਿਹੜਾ ਕੋਰਸ ਆਫ ਐਕਸ਼ਨ ਹੈ ਇਹਨਾਂ ਦੋਨਾਂ ਚ ਕੋਈ ਇੱਕ ਹੋਣਾ ਚਾਹੀਦਾ, ਨਹੀਂ ਆ ਵੀ ਨਹੀਂ ਹੋਣਾ ਚਾਹੀਦਾ, ਆ ਵੀ ਨਹੀਂ ਹੋਣਾ ਚਾਹੀਦਾ, ਦੋਨੋਂ ਹੀ ਸਾਨੂੰ ਕੋਈ ਸੋਲੂਸ਼ਨ ਨਹੀਂ ਦਿੰਦੇ। ਆਪਾਂ ਜੀ ਡਾਕਟਰਾਂ ਦੇ ਅਗੇਂਸਟ ਸਟ੍ਰਿਕਟ ਐਕਸ਼ਨ ਲੈ ਲਈਏ ਕਿ ਸਾਨੂੰ ਪਤਾ ਹੈ ਡਾਕਟਰਾਂ ਦੀ ਗਲਤੀ ਹੈ, ਕਿ ਇਸ ਸਟੇਟਮੈਂਟ 'ਚ ਪਤਾ ਲੱਗਦਾ ਡਾਕਟਰ ਦੀ ਗਲਤੀ ਹੈ, ਕਿ ਇਸ ਸਟੇਟਮੈਂਟ 'ਚ ਪਤਾ ਲੱਗਦਾ ਪੇਰੈਂਟਸ ਦੀ ਗਲਤੀ ਹੈ, ਤੁਸੀਂ ਕਿਸੇ ਤੇ ਐਕਸ਼ਨ ਲੈ ਲਓਗੇ, ਤੁਸੀਂ ਸਮਝਦਾਰੀ ਕਰ ਰਹੇ ਹੋ, ਤੁਹਾਡੇ ਤੇ ਲੈਣਾ ਚਾਹੀਦਾ ਫਿਰ ਤਾਂ ਪਹਿਲਾਂ। ਤੁਸੀਂ ਨਹੀਂ ਠੀਕ ਲੱਗ ਰਹੇ, ਮੈਨੂੰ ਦੱਸੋ ਕੀ ਇਹ ਕਲੀਅਰ ਹੋ ਰਿਹਾ ਕਿ ਨਹੀਂ? नहीं, आप दोनों ही इंप्लीमेंट नहीं करांगे तो इन्हां दोनों नाल कोई सोल्यूशन नहीं मिलता। ऊपर ऑलरेडी लिखा हुआ है कि सारे एफर्ट्स किए गवर्नमेंट ने, क्या समझ आ रहा है कि नहीं? सारे एफर्ट्स किए गवर्नमेंट ने। सो ये याद रखना है कि इत्थे सानू किते भी नहीं क्लियर हो रहा कि गलती है। हाले भी कन्फ्यूजन है कि क्लियर हो गया? बाकी नहीं हुआ? Private airlines have increased the fare during festival season by almost 50%। ਜਿਹੜੇ ਪ੍ਰਾਈਵੇਟ 에ਅਰਲਾਈਨਸ ਹੈ ਉਹ ਫੈਸਟੀਵਲ ਸੀਜ਼ਨ ਦੇ ਵਿੱਚ ਆਲਮੋਸਟ 50% ਨਾਲ ਇਨਕਰੀਜ਼ ਕਰ ਰਹੇ ਆ। ਫੇਅਰਸ ਮਤਲਬ ਸਮਝਦੇ ਹੋ ਨਾ? ਸਮਝਦੇ ਹੋ ਫੇਅਰਸ ਮਤਲਬ ਕਿਰਾਇਆ ਜਿਹੜਾ ਹੁੰਦਾ ਹੈ ਉਹ ਯੂਜ਼ ਜਿਹੜਾ ਉਹ ਚਾਰਜ ਕਰਦੇ ਆ। ਸੋ ਇਹ ਪ੍ਰੋਬਲਮ ਤੁਹਾਡੇ ਸਾਹਮਣੇ ਆਈ, ਹੁਣ ਦੱਸੋ ਤੁਸੀਂ ਕੀ ਕੋਰਸ ਆਫ ਐਕਸ਼ਨ ਦਓਗੇ? People should be advised to travel only by buses and trains during the festival season।
एयरलाइन शुड बी रेगुलेटेड बाय गवर्नमेंट टू ए सर्टेन लिमिट। दोनों चो केड़ा कोर्स ऑफ एक्शन है? सेकंड पहला नहीं। हाँ जी बिल्कुल, इतने फर्स्ट ऑफ ऑल ओनली वर्ड लिखे है। अच्छा सब तो पहले ये दसो कि ਤੁਹਾਡੇ ਸਾਹਮਣੇ ਕੋਈ ਪ੍ਰੋਬਲਮ ਲੈ ਕੇ ਆਏ ਵੀ ਆ ਪ੍ਰੋਬਲਮ ਦਾ ਸੋਲੂਸ਼ਨ ਮੈਨੂੰ ਆ ਮਤਲਬ ਆ ਦਿੱਕਤ ਆ ਰਹੀ ਹੈ, ਤੁਸੀਂ ਕੀ ਕਹੋਗੇ? ਉਹ ਕੰਮ ਹੀ ਨਾ ਕਰੋ। ਲੈਟਸ ਸਪੋਜ਼ ਤੁਹਾਡੇ ਕੋਲ ਕੋਈ ਪਰਸਨ ਆਇਆ ਕਿ ਉਹ ਕਹਿ ਰਿਹਾ ਜੀ ਇਹ ਸਾਰੀ ਰੋਡ ਹੈ ਨਾ ਜਿਹੜੀ ਖਰਾਬ ਹੈ, ਠੀਕ ਹੈ, ਇਹਨੂੰ ਠੀਕ ਕਰਨ ਦੀ ਲੋੜ ਹੈ ਕਿਉਂਕਿ ਇੱਥੇ ਬੜੇ ਐਕਸੀਡੈਂਟਸ ਹੋ ਰਹੇ ਜਾਂ ਇਦਾਂ ਹੋ ਰਿਹਾ, ਤੁਸੀਂ ਕੀ ਕਹੋਗੇ? ਰੋਡ ਹੀ ਯੂਜ਼ ਨਾ ਕਰੋ, ਘੁੰਮ ਕੇ ਜਾਓ। ਅੱਛਾ ਕੱਲ ਨੂੰ ਜੇ ਬੱਸ ਦਾ ਫੇਅਰ ਵੱਧ ਜਾਏਗਾ, ਤੁਸੀਂ ਕਹੋਗੇ ਪੈਦਲ 11 ਨੰਬਰ ਦੀ ਬੱਸ 'ਚ ਜਾਓ ਪੈਦਲ ਨਿਕਲ ਜਾਓ। ਇੱਦਾਂ ਹੀ ਕਰੋਗੇ, ਹੋਰ ਤਾਂ ਕੋਈ ਆਪਸ਼ਨ ਨਹੀਂ ਹੈ। ਨਹੀਂ ਸਮਝ ਆ ਰਿਹਾ ਮੈਂ ਕੀ ਕਹਿ ਰਿਹਾ? ਕੱਲ ਨੂੰ ਕੋਈ ਹੋਰ ਪ੍ਰੋਬਲਮ ਆ ਜਾਏਗੀ, ਤੁਹਾਡਾ ਕੋਰਸ ਆਫ ਐਕਸ਼ਨ ਕੀ ਹੋਏਗਾ? ਛੱਡੋ ਇਹ ਕੀ ਕਰਨਾ, ਤੁਸੀਂ ਕੁਝ ਹੋਰ ਕਰੋ। ਮੈਂ ਹੁਣ ਇੱਕ ਚੀਜ਼ ਦੱਸਦਾ ਤੁਹਾਨੂੰ, ਸਾਡਾ ਕਦੀ ਵੀ ਕੋਰਸ ਆਫ ਐਕਸ਼ਨ ਇਹ ਨਹੀਂ ਹੋ ਸਕਦਾ ਕਿ ਜੇ ਸਾਡੇ ਸਾਹਮਣੇ ਕੋਈ ਪ੍ਰੋਬਲਮ ਆਈ ਹੈ ਤੇ ਉਹ ਪ੍ਰੋਬਲਮ ਨੂੰ ਦੇਖੋ ਹੀ ਨਾ, ਕੋਈ ਹੋਰ ਰਸਤਾ ਚੂਜ਼ ਕਰ ਲਓ। ਨਹੀਂ, ਕੀ ਸਾਡੀ ਰਿਸਪੌਂਸਿਬਿਲਿਟੀ ਨਹੀਂ ਪ੍ਰੋਬਲਮ ਠੀਕ ਕਰਨ ਦੀ? ਕੀ ਸਮਝ ਆਇਆ ਮੈਂ ਕੀ ਕਹਿ ਰਿਹਾ? ਸੋ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਪ੍ਰਾਈਵੇਟ 에ਅਰਲਾਈਨਸ ਜੇ ਫੇਅਰ ਇਨਕਰੀਜ਼ ਕਰ ਰਿਹਾ ਤੇ ਆਪਾਂ ਕੀ ਆ ਸੋਲੂਸ਼ਨ ਦੇ ਸਕਦੇ? ਨਹੀਂ, ਆਪਾਂ ਉਹਨਾਂ ਨੂੰ ਐਡਵਾਈਸ ਕਰੀਏ ਕਿ ਬਈ ਤੁਸੀਂ ਰੇਲ ਟਾਈਮ ਯੂਜ਼ ਹੀ ਕਿਉਂ ਕਰਦੇ ਹੋ, ਬੱਸੇ ਜਾਓ, ਟ੍ਰੇਨ 'ਚ ਜਾਓ। ਕੱਲ ਨੂੰ ਇਹਦਾ ਕਿਰਾਇਆ ਵੱਧ ਜਾਏਗਾ ਬਹੁਤ ਜ਼ਿਆਦਾ, ਠੀਕ ਹੈ। ਅਚਾਨਕ ਜੋ ਇੱਦਾਂ ਗਲਤ ਕਰੋਗੇ ਕਿ ਫੈਸਟੀਵਲ ਸੀਜ਼ਨ 'ਚ ਅਚਾਨਕ ਆਪਣਾ ਫੇਅਰ ਇਨਕਰੀਜ਼ ਕਰ ਰਹੇ, ਬੱਸ ਇੱਦਾਂ ਕਰਦੀ ਹੈ। ਜਦੋਂ ਫੈਸਟੀਵਲ ਸੀਜ਼ਨ ਹੋਵੇ ਤੇ ਜੇ ਲੈਟਸ ਸਪੋਜ਼ 10 ਰੁਪਏ ਕਿਰਾਇਆ ਤਾਂ ਉਹ 20 ਰੁਪਏ ਲੈ ਲੇਗੀ। ਨਹੀਂ ਇੱਦਾਂ ਤਾਂ ਨਹੀਂ ਨਾ, ਜਿੰਨਾ ਫੇਅਰ ਹੈ ਉਨਾ ਹੀ ਹੈ, ਕਿਉਂਕਿ ਉਨਾ ਹੀ ਜਾਇਜ਼ ਹੋਣਾ ਚਾਹੀਦਾ। ਕੀ ਸਮਝ ਆ ਰਿਹਾ ਕਿ ਨਹੀਂ? ਫਿਰ ਜੇ ਇੱਦਾਂ ਕਰੇਗੀ, ਬੱਸ ਕਰੇਗੀ ਜਾਂ ਟ੍ਰੇਨ ਕਰੇਗੀ, ਫਿਰ ਤੁਸੀਂ ਕੀ ਕਹੋਗੇ? ਛੱਡੋ, ਬੱਸ 'ਚ ਕੀ ਜਾਣਾ, ਟ੍ਰੇਨ 'ਚ ਕੀ ਜਾਣਾ, ਇੱਦਾਂ ਨਿਕਲ ਜਾਓ ਕੰਡੇ ਕੰਡੇ। ਇਟ ਇਜ਼ ਨਾਟ ਐਡਵਾਈਜ਼ੇਬਲ। ਇਹ ਕੋਰਸ ਆਫ ਐਕਸ਼ਨ ਨਹੀਂ ਹੋ ਸਕਦਾ। ਕਿ ਇਹ ਕੋਰਸ ਆਫ ਐਕਸ਼ਨ ਹੋ ਸਕਦਾ ਕਿ ਆਪਾਂ ਕਹੀਏ ਭਾਈ ਕਰੋ ਹੀ ਨਾ ਇੱਦਾਂ? ਅੱਛਾ ਫੇਅਰਸ ਸ਼ੁੱਡ ਬੀ ਰੈਗੂਲੇਟਡ ਬਾਈ ਗਵਰਨਮੈਂਟ ਟੂ ਸਰਟਨ ਲਿਮਿਟ, ਕੁਛ ਲਿਮਿਟ ਤੱਕ ਉਹਨਾਂ ਨੂੰ ਰੈਗੂਲੇਟ ਕਰ ਦਈਏ। ਬਿਲਕੁਲ ਇਹ ਸੋਲੂਸ਼ਨ ਹੋ ਸਕਦਾ ਹੈ, ਇਹ ਕੋਰਸ ਆਫ ਐਕਸ਼ਨ ਹੋ ਸਕਦਾ, ਕਿਉਂਕਿ ਪ੍ਰੋਬਲਮ ਰਿਡਿਊਸ ਹੋਏਗੀ ਇਹਦੇ ਨਾਲ, ਡੈਫੀਨੇਟਲੀ ਰਿਡਿਊਸ ਹੋਏਗੀ। ਆਈ ਹੋਪ ਤੁਹਾਨੂੰ ਸਮਝ ਆਉਂਦਾ ਹੈ। ਸੋ ਇਸ ਕੁਐਸਚਨ ਤੋਂ ਆਪਾਂ ਕੀ ਸਮਝਿਆ ਕਿ ਆਪਾਂ ਇੱਦਾਂ ਕਵਾਂਗੇ ਕਿ ਜੇ ਕੋਈ ਪ੍ਰੋਬਲਮ ਸਾਡੇ ਸਾਹਮਣੇ ਆਈ ਹੈ ਤੇ ਆਪਾਂ ਕਹੀਏ ਜੀ ਅੱਖਾਂ ਬੰਦ ਕਰ ਲਓ, ਦੇਖੋ ਹੀ ਨਾ ਪ੍ਰੋਬਲਮ। ਜੇ ਅੱਖਾਂ ਬੰਦ ਕਰ ਲਓਗੇ ਤੁਹਾਨੂੰ ਦਿਖੇਗੀ ਨਹੀਂ ਬਟ ਪ੍ਰੋਬਲਮ ਤਾਂ ਉੱਥੇ ਹੀ ਹੈ ਨਾ। ਬਿੱਲੀ ਨੂੰ ਛੱਡੋ, ਇਹ ਸਮਝ ਆ ਰਿਹਾ ਕਿ ਨਹੀਂ ਆ ਰਿਹਾ? Several passengers were stranded at the airport as all the flights had to be cancelled due to severe snowfall for the third consecutive day। बहुत सारे passengers फंस गए एयरपोर्ट ते क्योंकि बहुत सारियां flights ਜਿਹੜੀਆਂ ਹੈ ਉਹ कैंसिल हो गई हैं severe snowfall 3 दिन लगातार होने करके। consecutive day समझ रहे हो ना? for the third consecutive day, ਤੀਜੇ ਦਿਨ ਵੀ ਲਗਾਤਾਰ ਪੈ ਰਹੀ ਹੈ। ਸੋ ਕੀ ਕਰੇ, ਹੁਣ ਦੇਖਦੇ ਹਾਂ ਆਪਾਂ ਸੋਲੂਸ਼ਨ ਕੀ ਹੈ ਇਹਦਾ। all the flights should be immediately resumed, ਸਾਰੀਆਂ ਫਲਾਈਟਸ ਨੂੰ ਰਿਜ਼ਿਊਮ ਕਰ ਦਿਓ। ਕਿ ਵੈਲਿਡ ਕੋਰਸ ਆਫ ਐਕਸ਼ਨ ਹੈ? ਨਹੀਂ ਬਿਲਕੁਲ ਨਹੀਂ। ਕਿਉਂ? ਸਨੋਫਾਲ ਤਾਂ ਪੈਂਦੀ ਹੈ, ਬੰਦੇ ਮਾਰਨੇ ਥੋੜੀ ਹੈ, ਇਹ ਤਾਂ ਨਹੀਂ ਹੈ। ਅੱਛਾ ਤਾਂ ਅਥਾਰਟੀ ਸ਼ੁੱਡ ਪ੍ਰੋਵਾਈਡ ਐਪਰੋਪਰੀਏਟ ਸਟੇ ਅਰੇਂਜਮੈਂਟ ਫॉर द ਸਟ੍ਰੈਂਡਡ ਪਰਸਨ, ਇਹਨਾਂ ਪ੍ਰੋਬਲਮ ਸੋਲਵ ਹੋ ਸਕਦੀ ਹੈ, ਰਿਡਿਊਸ ਤਾਂ ਹੋ ਸਕਦੀ ਹੈ। ਕੀ ਸਮਝ ਰਹੇ ਹੋ ਕਿ ਨਹੀਂ? Next, a practice march by the army is scheduled to be held on one of the busiest roads in the city on Tuesday। एक practice march है आर्मी दी, वो scheduled है busiest roads city दी Tuesday ਨੂੰ, ठीक है। Traffic should be diverted during the practice march so as to ease traffic congestion during that time। Diverted ਸਮਝਦੇ ਹੋ ਕਿ ਨਹੀਂ? ਠੀਕ ਹੈ। ਫॉर एग्जांपल ਜਦੋਂ ਤੁਸੀਂ ਕਈ ਵਾਰ ਦੇਖਦੇ ਹੋ ਕਿ ਹੁੰਦੀਆਂ ਝਾਕੀਆਂ ਵਗੈਰਾ ਨਿਕਲਦੀਆਂ, ਠੀਕ ਹੈ, ਤੇ ਕੀ ਹੁੰਦਾ ਉਦੋਂ ਤੁਸੀਂ ਦੇਖਦੇ ਹੋ ਕਿ ਜਿਹੜੀ ਟ੍ਰੈਫਿਕ ਪੁਲਿਸ ਹੁੰਦੀ ਹੈ ਉਹ ਟ੍ਰੈਫਿਕ ਉਹਨੂੰ ਅਲੱਗ ਕਰ ਦਿੰਦੀ ਹੈ ਤੇ ਜਿਹੜੀ ਟ੍ਰੈਫਿਕ ਉਹਨੂੰ ਕੀ ਕਰ ਲੈਂਦੀ ਹੈ ਅਲੱਗ। ਕਿੱਦਾਂ ਹੋਣਾ ਚਾਹੀਦਾ? ਕੀ ਹੈ ਸਮਝ ਰਹੇ ਹੋ? traffic should be diverted during the practice march so as to ease traffic congestion during that time period। ਸੋ ਤੁਹਾਨੂੰ ਪਤਾ ਲੱਗ ਗਿਆ ਕਿ ਬਈ ਇੱਕ ਪ੍ਰੋਬਲਮ ਹੈ। ਕੀ ਪ੍ਰੋਬਲਮ ਹੈ? ਕਿ ਟਿਊਜ਼ਡੇ ਨੂੰ ਮਾਰਚ ਹੋਏਗੀ ਹੁਣ,
ठीक है, ट्यूसडे ਨੂੰ ਹੋਏਗੀ, मार्च होएगी, की करोगे? डिवर्ट करोगे कि नहीं करोगे? सोल्यूशन दोगे कि नहीं? बैठे थोड़ी रहोगे। सेकंड की है, पब्लिक नोटिस शुड बी इशू टू अवॉइड यूजिंग द रोड टिल द प्रैक्टिस मार्च ऑन ट्यूसडे गेट्स ओवर। पब्लिक नोटिस इशू कर सकते हैं कि अवॉइड किया जाए जिन्ना हो सके जब तक प्रैक्टिस मार्च जी है ट्यूसडे की खत्म नहीं होंगी। बिल्कुल आप ऐसा कर सकते हैं, इन्हें भी प्रॉब्लम ਦਾ ਸੋਲੂਸ਼ਨ ਮਿਲ ਜਾਏਗਾ। ਕਿਉਂ? ਕਿਉਂਕਿ ਦੇਖੋ ਸਾਨੂੰ ਇਹ ਤਾਂ ਪਤਾ ਹੈ ਕਿ ਉਹ ਮਾਰਚ ਹੋਏਗੀ ਟਿਊਜ਼ਡੇ ਨੂੰ, ਠੀਕ ਹੈ, ਤੇ ਹੁਣ ਇੱਦਾਂ ਹੋ ਸਕਦਾ ਕਿ ਉਦੋਂ ਬਹੁਤ ਜ਼ਿਆਦਾ ਕੰਜੈਸ਼ਨ ਹੋ ਜਾਏ, ਟ੍ਰੈਫਿਕ ਕੰਜੈਸ਼ਨ ਹੋ ਜਾਏ ਜਾਂ ਦਿੱਕਤ ਹੋ ਜਾਏ, ਬਹੁਤ ਸਾਰੇ ਇੰਪੋਰਟੈਂਟ ਵਰਕ ਵੀ ਹੋ ਸਕਦਾ। ਸੋ ਜੇ ਆਪਾਂ ਪਹਿਲਾਂ ਪਬਲਿਕ ਨੋਟਿਸ ਦੇ ਦਾਂਗੇ ਕਿ ਉਹ ਆਪਣੇ ਅਰੇਂਜਮੈਂਟਸ ਕਰ ਸਕਦੇ ਪ੍ਰੀ, ਬਿਲਕੁਲ ਡੈਫੀਨੇਟਲੀ ਜੇ ਆਪਾਂ ਇੱਦਾਂ ਕਰਾਂਗੇ ਤਾਂ ਕਾਫੀ ਫਰਕ ਪੈ ਜਾਏਗਾ, ਪ੍ਰੋਬਲਮ ਨੂੰ ਰਿਜ਼ੋਲਵ ਕਰ ਸਕਦੇ ਆਪਾਂ, ਕਿਉਂਕਿ ਮਾਰਚ ਤਾਂ ਹੋਣੀ ਹੈ ਜੀ ਆਰਮੀ ਦੀ। क्या समझ पा रहे हो कि नहीं? बिल्कुल पब्लिक नोटिस इज गुड, दोनों ही की है, सही है। इतने आप आंसर 5 दवांगे, की दवांगे 5। किस तरह? थोड़ा उच्ची बोलो, की कह रहे हो? दोबारा एक बार स्टेटमेंट दसो की कह रहे हैं तुसी। देखो आप प्रॉब्लम ਨੂੰ ਕੀ ਕਰਨਾ ਹੈ, ਸੋਲਵ ਜਾਂ ਕੀ ਕਰਨਾ ਹੈ, ਰਿਡਿਊਸ। ਡਰਾਮੈਟਿਕਲੀ ਜੇ ਰਿਡਿਊਸ ਹੋ ਜਾਏ ਤਾਂ ਵੀ ਠੀਕ ਹੈ। ਹੁਣ ਇੱਥੇ ਪ੍ਰੋਬਲਮ ਕਾਦੀ ਹੈ? ਬਿਜ਼ੀਐਸਟ ਰੋਡ ਦਾ ਮਤਲਬ ਸਮਝਦੇ ਹੋ? ਇਫ ਐਸੇ ਬਿਜ਼ੀਐਸਟ ਰੋਡ ਮਤਲਬ ਤੁਸੀਂ ਕੀ ਕਹੋਗੇ? ਉੱਥੇ ਭੀੜ ਹੁੰਦੀ ਹੋਏਗੀ ਕਾਫੀ, ਉੱਥੇ ਜੇ ਕੋਈ ਮਾਰਚ ਹੋਏਗੀ ਤਾਂ ਕੀ ਲੱਗਦਾ ਉਹ ਤਾਂ ਫਿਰ ਗਈ ਰੋਡ, ਯੈਸ ਔਰ ਨੋ? ਕਿਉਂਕਿ ਤਾਂ ਆਲਰੇਡੀ ਬਿਜ਼ੀ ਹੈ। ਬਿਜ਼ੀਐਸਟ ਰੋਡ ਦਾ ਮਤਲਬ ਬਿਜ਼ੀਐਸਟ ਮਤਲਬ ਸਭ ਨਾਲੋਂ ਜ਼ਿਆਦਾ ਹੋਏਗੀ ਬਿਜ਼ੀ ਹੋ, ਠੀਕ ਹੈ। ਸੋ ਜੇ ਤੁਹਾਡੇ ਸਾਹਮਣੇ ਇਹ ਪ੍ਰੋਬਲਮ ਆ ਜਾਏ ਕਿ ਬਿਜ਼ੀ ਰੋਡ ਰਹੇਗੀ ਬਹੁਤ, ਜਿਹੜੀ ਬਿਜ਼ੀ ਰੋਡ ਹੈ ਪੂਰੇ ਮਤਲਬ ਸਿਟੀ ਦੀ, ਉੱਥੇ ਮਾਰਚ ਹੋਣੀ ਹੈ, ਤੇ ਤੁਸੀਂ ਹੁਣ ਇਹਨੂੰ ਕੀ ਕਰੋਗੇ? ਪਹਿਲੀ ਚੀਜ਼, ਇੱਕ ਤਾਂ ਉਸ ਦਿਨ ਕੀ ਕਰਨਾ ਪਏਗਾ? ਡਿਵਰਟ ਕਰਨੀ ਪਏਗੀ, ਟ੍ਰੈਫਿਕ ਅਲੱਗ ਕਰੋ ਤੇ ਮਾਰਚ ਅਲੱਗ ਕਰੋ, ਕਰਨਾ ਪਏਗਾ। ਬੈਠੇ ਰਹੋਗੇ ਕਿ ਕਰੋਗੇ ਕੁਝ? ਫਸਟ ਆਫ ਆਲ ਕਰੋਗੇ ਨਾ, ਜੇ ਤੁਸੀਂ ਇੰਚਾਰਜ ਹੋ, ਤੁਹਾਨੂੰ ਪ੍ਰੋਬਲਮ ਦਿੱਤੀ ਗਈ, ਤੁਸੀਂ ਕੋਰਸ ਆਫ ਐਕਸ਼ਨ ਦੇਣਾ ਹੈ, ਤਾਂ ਤੁਸੀਂ ਕੀ ਕਹੋਗੇ? ਠੀਕ ਹੈ ਜੀ, ਉਹਨੂੰ ਡਿਵਰਟ ਕਰਦੇ ਹਾਂ ਆਪਾਂ। ਦੂਸਰਾ ਹੋਰ ਵੀ ਕੋਈ ਸੋਲੂਸ਼ਨ ਤੁਸੀਂ ਦੇ ਸਕਦੇ ਹੋ। ਫੋਰ ਐਗਜ਼ਾਮਪਲ ਜੇ ਤੁਸੀਂ ਆਲਰੇਡੀ ਪਬਲਿਕ ਨੋਟਿਸ ਇਸ਼ੂ ਕਰ ਦਿੱਤਾ ਤਾਂ ਵੀ ਤਾਂ ਤੁਹਾਨੂੰ ਫਾਇਦਾ ਹੋਏਗਾ ਕਿ ਨਹੀਂ? ਨਹੀਂ ਸਮਝ ਆਈ? ਲੋਕਾਂ ਦੀ ਲੋਕਾਂ ਨੂੰ ਇਨਫੋਰਮ ਕਰਨ ਦੀ ਜ਼ਿੰਮੇਵਾਰੀ ਨਹੀਂ ਬਣਦੀ? ਨਹੀਂ ਸਮਝ ਆਈ? ਠੀਕ ਹੈ, ਕਲੀਅਰ ਹੋ ਗਿਆ ਕਿ ਨਹੀਂ? ਫੋਰ ਐਗਜ਼ਾਮਪਲ ਜੇ ਲੈਟ ਸਪੋਜ਼ ਕਿਤੇ ਕਿਤੇ ਹੁਣ ਮੋਸਟਲੀ ਆਪਾਂ ਹੁਣ ਦੇਖਦੇ ਹਾਂ ਜਿਵੇਂ ਕਿ ਹੁਣ ਕਈ ਵਾਰ ਪ੍ਰੋਟੈਸਟਸ ਹੁੰਦੇ ਆ ਤੇ ਉੱਥੇ ਬੰਦ ਹੋ ਜਾਂਦਾ ਹੈ, ਬੰਦ ਕਰ ਦਿੰਦੇ ਨਾ, ਕਈ ਵਾਰ ਕਹਿੰਦੇ ਦੇਸ਼ ਬੰਦ ਜਾਂ ਪੰਜਾਬ ਬੰਦ ਜਾਂ ਇਹ ਬੰਦ ਉਹ ਬੰਦ, ਹੈ ਨਾ? ਸੋ ਕੀ ਲੱਗਦਾ ਤੁਹਾਨੂੰ, ਪਹਿਲਾਂ ਇਨਫੋਰਮੇਸ਼ਨ ਹੋਣੀ ਚਾਹੀਦੀ ਪਰਸਨਸ ਨੂੰ? ਬਿਲਕੁਲ ਹੋਣੀ ਚਾਹੀਦੀ ਹੈ। ਕਿਉਂ? ਨੁਕਸਾਨ ਹੋਏਗਾ ਨਾ ਨਹੀਂ ਤਾਂ ਫਿਰ ਉਹਨਾਂ ਨੂੰ। ਸੋ ਪਬਲਿਕ ਨੋਟਿਸ ਜ਼ਰੂਰ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ। ਜੇ ਪਤਾ ਹੀ ਨਹੀਂ ਤਾਂ ਫਿਰ ਉਹ ਨਹੀਂ ਮੈਨੇਜ ਕਰ ਪਾਓਗੇ। ਕੀ ਸਮਝ ਆਇਆ ਕਿ ਨਹੀਂ? ਥੋੜਾ ਜਿਹਾ ਧਿਆਨ ਤੁਸੀਂ ਇੱਥੇ ਦੋਗੇ ਤੁਹਾਨੂੰ ਡੈਫੀਨਿਟਲੀ ਸਮਝ ਆਏਗਾ ਕਿ ਆਪਾਂ ਇਹ ਪ੍ਰੋਬਲਮਸ ਨੂੰ ਕਿਸ ਤਰ੍ਹਾਂ ਸੋਲਵ ਕਰ ਰਹੇ, ਕਿੱਦਾਂ ਇਹ ਦੋਨੋਂ ਰਿਡਿਊਸ ਕਰਦੇ। ਪਬਲਿਕ ਨੋਟਿਸ ਵੀ ਰਿਡਿਊਸ ਕਰਦਾ ਹੈ ਤੇ ਉਸ ਟਾਈਮ ਵੀ ਸਾਨੂੰ ਟ੍ਰੈਫਿਕ ਤੇ ਮਾਰਚ ਨੂੰ ਡਿਵਰਟ ਕਰਨਾ ਜ਼ਰੂਰੀ ਹੈ, ਬਿਕੋਜ਼ ਸਾਰੀ ਪਬਲਿਕ ਤਾਂ ਇੱਦਾਂ ਨਹੀਂ ਹੈ ਕਿ ਆਪਣੇ ਕੰਮ ਨੂੰ ਅੱਗੇ ਪਿੱਛੇ ਸ਼ਡਿਊਲ ਕਰ ਸਕਦੀ ਹੈ। ਐਮਰਜੈਂਸੀ ਦੇ ਕੇਸ ਦੇ ਵਿੱਚ ਕੋਈ ਨਾ ਕੋਈ ਤਾਂ ਸਟਿਲ ਜਾਏਗਾ ਨਾ ਉੱਥੋਂ, ਯੈਸ ਔਰ ਨੋ? ਤੇ ਸਾਰਿਆਂ ਨੂੰ ਘਰ ਬਿਠਾਣਾ, ਕੱਲ ਹੀ ਆਪਾਂ ਕਹਿ ਰਹੇ ਸਾਰਿਆਂ ਨੇ ਘਰ ਬਹਿ ਜਾਣਾ। ਠੀਕ ਹੈ, ਦੇਖੋ ਆਪਾਂ ਸੋਲੂਸ਼ਨ ਕਾਹਦਾ ਦੇਣਾ ਹੈ? ਪ੍ਰੋਬਲਮ ਦਾ ਕੀ ਦੇਣਾ ਹੈ? ਸੋਲੂਸ਼ਨ। ਸੋ ਸੋਲੂਸ਼ਨ ਹੁਣ ਤੁਸੀਂ ਕਿਸ ਤਰ੍ਹਾਂ ਦੇ ਸਕਦੇ? ਇੱਕ ਤਾਂ ਉਹਨਾਂ ਨੂੰ ਇਨਫੋਰਮ ਕਰੋ, ਠੀਕ ਹੈ, ਕਿ ਇਨਫੋਰਮ ਕਰ ਦਾਂਗੇ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਹਾਂ ਬਈ ਉਹਨੂੰ ਅਵੋਇਡ ਕਰੋ। ਜੇ ਗਿਵਨ ਏ ਚਾਂਸ ਤੁਹਾਡੇ ਕੋਲ ਜੇ ਦੋ ਆਪਸ਼ਨ ਹੈ ਤਾਂ ਤੁਹਾਨੂੰ ਕਿਹੜੀ ਜਗ੍ਹਾ ਤੋਂ ਜਾਣਾ ਚਾਹੀਦਾ? ਉਹੀ ਜਗ੍ਹਾ ਤੇ ਜਿੱਥੇ ਤੁਸੀਂ ਆਰਾਮ ਨਾਲ ਪਹੁੰਚ ਜਾਓ, ਕਿ ਟ੍ਰੈਫਿਕ 'ਚ ਖੜੇ ਰਹੋ 2-2 ਘੰਟੇ? ਨਹੀਂ ਨਾ। ਮੈਂ ਇੱਕ ਸਿੰਪਲ ਚੀਜ਼ ਦਿੰਦਾ, ਐਡਵਾਈਸ ਦਿੰਦਾ, ਠੀਕ ਹੈ। ਤੁਸੀਂ ਕਈ ਵਾਰ ਦੇਖਦੇ ਹੋ, ਲੈਟਸ ਸਪੋਜ਼ ਤੁਸੀਂ ਜਲੰਧਰ ਹੋ ਜਾਂ ਦਿੱਲੀ ਹੋ ਜਾਂ ਕਿਸੇ ਪਾਰਟੀਕੂਲਰ ਜਗ੍ਹਾ 'ਤੇ ਹੋ, ਲੁਧਿਆਣੇ ਵੀ ਹੋ, ਜੇ ਤੁਸੀਂ ਰੇਡੀਓ ਸੁਣ ਰਹੇ ਹੋ, ਕੀ ਸੁਣ ਰਹੇ ਹੋ?
ਤੁਹਾਨੂੰ ਪਤਾ ਹੈ ਉੱਥੇ ਉਹ ਰੈਗੂਲਰਲੀ ਅਪਡੇਟਸ ਕਰਦੇ ਰਹਿੰਦੇ, ਕਿਉਂਕਿ ਉਹਨਾਂ ਨੂੰ ਅਪਡੇਟਸ ਮਿਲਦੀਆਂ ਰਹਿੰਦੀਆਂ ਕਿ ਯਾਰ ਇਸ ਜਗ੍ਹਾ 'ਤੇ ਬਹੁਤ ਜ਼ਿਆਦਾ ਟ੍ਰੈਫਿਕ ਹੈ, ਇੱਥੇ ਜਾਣਾ ਅਵੋਇਡ ਕਰੋ, ਇਸ ਜਗ੍ਹਾ 'ਤੇ। ਉਹ ਕੱਲ੍ਹ ਹੀ ਦੇ ਰਹੇ ਤੁਹਾਡੇ ਲਈ। ਤੁਸੀਂ ਕਹੋਗੇ ਨਹੀਂ ਮੈਂ ਤਾਂ ਜਾਣਾ ਹੀ ਹੈ ਜੀ, ਸਾਰੀ ਦੁਨੀਆ ਜਾਣਦੀ ਹੈ, ਜਾਓ ਫਸੇ ਰਹੋ, ਬੈਠੇ ਰਹੋ ਉੱਥੇ। ਨਹੀਂ ਸਮਝ ਆ ਰਿਹਾ। ਉਹ ਪਬਲਿਕ ਨੋਟਿਸ ਹੀ ਦੇ ਰਿਹਾ ਇੱਕ ਤਰ੍ਹਾਂ ਦਾ। ਕੀ ਦੇ ਰਿਹਾ? ਪਬਲਿਕ ਨੋਟਿਸ। ਪਬਲਿਕ ਨੋਟਿਸ ਕੀ ਹੈ ਕਿ ਗਿਵਨ ਅ ਚਾਂਸ, ਜੇ ਤੁਹਾਡੇ ਕੋਲ ਕੋਈ ਹੋਰ ਰਸਤਾ ਹੈਗਾ ਤਾਂ ਉੱਥੋਂ ਨਿਕਲ ਜਾਓ, ਕਿਉਂਕਿ ਆਸਾਮ ਨਾਲ ਨਿਕਲ ਜਾਓਗੇ, ਉੱਥੇ ਬੈਠੇ ਰਹੋਗੇ। ਸਮਝ ਰਹੇ ਹੋ? ਤੇ ਉਹ ਪਬਲਿਕ ਨੋਟਿਸ ਤੁਹਾਨੂੰ ਐਡਵਾਂਸ 'ਚ ਮਿਲੇ ਤਾਂ ਫਾਇਦਾ ਹੈ, ਕਿ ਜਦੋਂ ਤੁਸੀਂ ਮੋਰੇ ਉੱਥੇ ਟ੍ਰੈਫਿਕ 'ਚ ਫਸੇ ਹੋ ਉਦੋਂ ਫਾਇਦਾ? ਐਡਵਾਂਸ 'ਚ ਮਿਲੇ ਤਾਂ ਹੀ ਫਾਇਦਾ ਹੈ ਨਾ। ਤੁਸੀਂ ਕਹੋਗੇ ਮੈਨੂੰ ਪਹਿਲਾਂ ਦੱਸ ਦਿੰਦਾ। ਯੈਸ ਔਰ ਨੋ? ਇਹੀ ਕਹੂੰਗਾ ਨਾ, ਮੈਂ ਪਹਿਲਾਂ ਪਤਾ ਹੁੰਦਾ ਤਾਂ ਮੈਂ ਨਹੀਂ ਆਉਂਦਾ ਇੱਧਰ। ਤੇ ਪਹਿਲਾਂ ਕਦੋਂ ਪਤਾ ਹੋਏਗਾ ਉਹਨੂੰ? ਪਤਾ ਇਨਫੋਰਮੇਸ਼ਨ ਡਿਲੀਵਰ ਕੀਤੀ ਜਾਏਗੀ ਤਾਂ ਉਹਨੂੰ ਪਤਾ ਹੋਏਗਾ, ਪਬਲਿਕ ਨੋਟਿਸ ਮਿਲੇਗਾ ਉਹਨੂੰ ਤਾਂ ਪਤਾ ਹੋਏਗਾ। ਤਾਂ ਬਾਟੋ ਵੀ ਸੋ ਉਸ ਗਲੀ 'ਚ ਨਹੀਂ ਜਾਏਗਾ, ਉਸ ਰਸਤੇ 'ਤੇ ਨਹੀਂ ਜਾਏਗਾ, ਕਿਉਂਕਿ ਉਹਨੂੰ ਪਤਾ ਹੈ ਕਿ ਬਈ ਇਸ ਰਸਤੇ 'ਚ ਮੈਂ ਕੱਲ੍ਹ ਹੀ ਜਾਵਾਂ, ਸਾਰੀ ਜਾਮ ਹੋਈ ਪਈ, ਇਹਨੂੰ ਬੈਟਰ ਹੈ ਇੱਧਰੋਂ ਚੱਲਦਾ। ਕੀ ਇਹ ਸਮਝ ਆ ਰਿਹਾ? ਉਸ ਜਗ੍ਹਾ 'ਤੇ ਜਿੱਥੇ ਹੈਗੀ ਹੈ ਟ੍ਰੈਫਿਕ ਕੰਜੈਸ਼ਨ, ਉੱਥੇ ਤਾਂ ਮੈਨੇਜ ਕਰਨਾ ਹੀ ਪਏਗਾ। ਬਟ ਕੀ ਪਬਲਿਕ ਨੋਟਿਸ ਪਹਿਲਾਂ ਇਸ਼ੂ ਕਰ ਦਈਏ ਤਾਂ ਉਹਨਾਂ ਪ੍ਰੋਬਲਮ ਸੋਲਵ ਹੋਏਗੀ? ਰਿਡਿਊਸ ਤਾਂ ਹੋਏਗੀ ਡੈਫੀਨੇਟਲੀ। 50% ਵੀ ਹੋ ਜਾਏ ਤਾਂ ਵੀ ਹੈ, ਕਿਉਂਕਿ ਬਾਕੀ ਨੂੰ ਡਿਵਰਟ ਕੀਤਾ ਜਾ ਸਕਦਾ, ਬਾਕੀ ਦੂਸਰਾ ਆਪਸ਼ਨ ਸਾਡੇ ਕੋਲ ਹੈਗਾ ਹੀ ਹੈ। क्वेश्चन नेक्स्ट चेक करते हैं। वेरी फ्यू स्टूडेंट्स हैव बीन ऑप्टिंग फॉर एकेडमिक रिसर्च एज प्रोफेशनल कोर्सेज ऑफर बेटर इकोनॉमिक डिविडेंड। सो स्टूडेंट्स ਜਿਹੜੇ ਬਹੁਤ ਸਾਰੇ ਹੈ ਨਾ, ਉਹ ਅਕੈਡਮਿਕ ਰਿਸਰਚ ਵੱਲ ਨਹੀਂ ਜਾ ਰਹੇ। ਠੀਕ ਹੈ, ਵੈਰੀ ਫਿਊ ਸਟੂਡੈਂਟਸ ਮਤਲਬ ਬੜੇ ਹੀ ਘੱਟ ਸਟੂਡੈਂਟਸ ਆਪਟ ਕਰਦੇ ਅਕੈਡਮਿਕ ਰਿਸਰਚ ਨੂੰ। ਸੋ ਕੀ ਕਰ ਲੈਂਦੇ ਆ? ਪ੍ਰੋਫੈਸ਼ਨਲ ਕੋਰਸਿਸ। ਸਮਝ ਪਾ ਰਹੇ ਹੋ ਕਿ ਨਹੀਂ? ਫॉर एग्जांपल PhDs ਵਗੈਰਾ ਨਹੀਂ ਕਰ ਰਹੇ, ਉਹ ਕੀ ਕਰ ਰਹੇ? ਡਿਫਰੈਂਟ ਪ੍ਰੋਫੈਸ਼ਨਲ ਕੋਰਸਿਸ ਲਾਈਕ MBA ਜਾਂ ਹੋਰ, ਕਿਉਂਕਿ ਉਹ 'ਚ ਬੈਟਰ ਇਕਨੋਮਿਕ ਡਿਵੀਡੈਂਡ ਮਿਲਦਾ ਹੈ, ਮਤਲਬ ਉਹਨਾਂ 'ਚ ਪੈਸਾ ਜ਼ਿਆਦਾ ਮਿਲਦਾ ਹੋਏਗਾ ਉਹਨਾਂ ਨੂੰ। ਇਹ ਪ੍ਰੋਬਲਮ ਹੈ। ਠੀਕ ਹੈ ਜੀ, ਕਿੱਦਾਂ ਸੋਲਵ ਕਰੀਏ? ਦੇਖੋ, ਅਕੈਡਮਿਕ ਰਿਸਰਚ ਸ਼ੁੱਡ ਬੀ ਲਿੰਕਡ ਟੂ ਇੰਡਸਟਰੀ ਸੋ ਐਜ਼ ਟੂ ਇੰਪਰੂਵ ਇਟਸ ਇਕਨੋਮਿਕ ਪਰਸਪੈਕਟਿਵ। ਜਿਹੜੀ ਅਕੈਡਮਿਕ ਰਿਸਰਚ ਹੈ ਉਹ ਇੰਡਸਟਰੀ ਨਾਲ ਲਿੰਕ ਕਰ ਦਿਓ ਤਾਂ ਕਿ ਉਹਦਾ ਇਕਨੋਮਿਕ ਪਰਸਪੈਕਟਿਵ, ਮਤਲਬ ਉਹ 'ਚ ਪੈਸਾ ਜ਼ਿਆਦਾ ਹੋ ਜਾਏ। ਠੀਕ ਹੈ, ਇਹ ਕੁਛ ਮੇ ਬੀ ਪ੍ਰੋਬਲਮ ਨੂੰ ਰਿਡਿਊਸ ਕਰ ਸਕਦਾ ਟੂ ਸਮ ਐਕਸਟੈਂਟ, ਜਾਂ ਫਿਰ ਟੋਟਲੀ ਵੀ ਕਰ ਸਕਦਾ। ਕੀ ਸਮਝ ਆ ਰਿਹਾ ਕਿ ਨਹੀਂ? दूसरा कि इकोनॉमिक डिविडेंड ऑफ द प्रोफेशनल कोर्सेज शुड बी मेड less attractive so as to attract students to academic research as well। ਜਿਹੜਾ ਇਕਨੋਮਿਕ ਡਿਵੀਡੈਂਡ, ਜਿਹੜਾ ਪੈਸਾ ਹੈ ਨਾ ਪ੍ਰੋਫੈਸ਼ਨਲ ਕੋਰਸਿਸ ਦੇ ਵਿੱਚ, ਉਹਨੂੰ ਲੈਸ ਅਟਰੈਕਟਿਵ ਬਣਾ ਦਿਓ ਤਾਂ ਕਿ ਲੋਕੀ ਅਕੈਡਮਿਕ ਰਿਸਰਚ ਵੱਲ ਜਾਣਾ ਸ਼ੁਰੂ ਕਰ ਦੇਣ। ਇਹ ਵੈਲਿਡ ਨਹੀਂ ਹੈ ਕਿ ਆਪਾਂ ਇੱਕ ਚੀਜ਼ ਨੂੰ ਠੀਕ ਕਰਨ ਦੇ ਲਈ ਦੂਸਰੀ ਚੀਜ਼ ਨੂੰ ਖਰਾਬ ਕਰ ਦਈਏ। ਪਹਿਲੀ ਗੱਲ, ਦੂਸਰੀ ਚੀਜ਼ ਤਾਂ ਖਰਾਬ ਹੋਏਗੀ, ਪਹਿਲੀ ਪਤਾ ਨਹੀਂ ਠੀਕ ਹੋਵੇ ਵੀ ਨਾ ਹੋਵੇ। ਇਹਦਾ ਮਤਲਬ ਕਿ ਆਪਾਂ ਇੱਕ ਤਾਂ ਖਰਾਬ ਸੀ, ਦੂਸਰੀ ਨੂੰ ਵੀ ਕਰਤਾ। ਇਹਨਾਂ ਤੋਂ ਹੋਰ ਕੋਈ ਪ੍ਰੋਬਲਮ ਸਟਾਰਟ ਕਰ ਦਾਂਗੇ, ਕੋਈ ਫਾਇਦਾ ਤਾਂ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਕੀ ਇਹ ਪ੍ਰੈਕਟੀਕਲ ਹੈ? ਬਿਲਕੁਲ ਪ੍ਰੈਕਟੀਕਲ ਨਹੀਂ ਹੈ। ਸੋ ਫਸਟ ਕਲੀਅਰ ਹੈ। ਕਲੀਅਰ ਹੋ ਗਿਆ ਕਿ ਨਹੀਂ? ਨੈਕਸਟ ਕੁਐਸਚਨ ਦੇਖਦੇ ਹਾਂ। ਨੀਅਰਲੀ 26% ਆਫ ਆਲ ਇੰਜੀਨੀਅਰਿੰਗ ਗ੍ਰੈਜੂਏਟਸ ਹੈਵ ਬੀਨ ਲੈਫਟ ਅਨਇੰਪਲੋਇਡ owing to severe recession worldwide। ठीक है, ध्यान रखना है, तो वर्ल्ड वाइड लिखे। कहना 26% ਜਿਹੜੇ ਇੰਜੀਨੀਅਰ ਗ੍ਰੈਜੂਏਟਸ ਹੈ ਉਹ ਅਨਇੰਪਲੋਇਡ ਹੈ ਕਿਉਂਕਿ ਵਰਲਡ ਵਾਈਡ, ਪੂਰੀ ਦੁਨੀਆ ਦੇ ਵਿੱਚ ਕੀ ਹੈ? ਰਿਸੈਸ਼ਨ ਹੈ। ਕੀ ਸਮਝ ਆਇਆ? ਹੁਣ ਇਹਦਾ ਕੋਰਸ ਆਫ ਐਕਸ਼ਨ ਦੱਸੋ ਕੀ ਹੋਏਗਾ? ਆਲ ਦਾ ਅਨਇੰਪਲੋਇਡ ਸਟੂਡੈਂਟ ਸ਼ੁੱਡ ਬੀ ਐਡਵਾਈਜ਼ਡ ਟੂ ਟੇਕ ਅਪ ਜੌਬਸ ਇਨ ਫੋਰਨ ਕੰਟਰੀਜ਼। ਜਿੰਨੇ ਵੀ ਅਨਇੰਪਲੋਇਡ ਸਟੂਡੈਂਟਸ ਹੈ ਉਹਨਾਂ ਨੂੰ ਕਹੋ ਬਾਹਰ ਫੋਰਨ ਕੰਟਰੀਜ਼ 'ਚ ਜੌਬ ਲੈ ਲਓ। ਨਹੀਂ, ਕਿਉਂ? ਕਿਉਂਕਿ ਸਾਨੂੰ ਪਤਾ ਐਕਚੁਅਲੀ ਰਿਸੈਸ਼ਨ ਕੀ ਹੈ ਵਰਲਡ ਵਾਈਡ। ਤੇ ਬਾਹਰ ਜਾ ਕੇ ਉੱਥੇ ਵੀ ਤਾਂ ਰਿਸੈਸ਼ਨ ਹੈ, ਉੱਥੇ ਵੀ ਤਾਂ ਮੁਸ਼ਕਿਲ ਹੋਏਗੀ। ਠੀਕ ਹੈ, ਰਿਟ੍ਰੈਂਚਮੈਂਟ ਉੱਥੇ ਵੀ ਤਾਂ ਹੋ ਸਕਦੀ ਹੈ। The unemployed student should be advised to take up jobs only after the recession is over। So unemployed ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਇਹ ਐਡਵਾਈਜ਼ ਕਰੋ ਕਿ ਰਿਸੈਸ਼ਨ ਤੋਂ ਬਾਅਦ ਹੀ ਜੌਬ ਲਈਓ। ਇਹ ਸਹੀ ਹੈ? ਜੋ ਰਿਸੈਸ਼ਨ ਖਤਮ ਹੋਏਗਾ ਫਿਰ ਜੌਬ ਕਰਿਓ। ਇਹ ਵੈਲਿਡ ਕੋਰਸ ਆਫ ਐਕਸ਼ਨ ਹੈ ਕਿ ਤੁਸੀਂ ਇੱਦਾਂ ਕਰੋਗੇ? ਨਹੀਂ, ਇਹ ਵੀ ਵੈਲਿਡ ਨਹੀਂ ਹੈ। ਸੋ ਦੈਟ ਮੀਨਸ ਦੋਨੋਂ ਵੈਲਿਡ ਨਹੀਂ ਹੈ। ਇਹ ਵੈਲਿਡ ਕਿਉਂ ਨਹੀਂ ਹੈ? ਹੁਣ ਰਿਸੈਸ਼ਨ ਸਾਲ ਚੱਲੇ, 2 ਸਾਲ ਚੱਲੇ, 3 ਸਾਲ ਚੱਲੇ, 4 ਸਾਲ ਆਏ, 500 ਤੋਂ ਇਹ ਪਹਿਲਾਂ ਥੋੜੀ ਬੈਠਾ ਰਹੇਗਾ 5 ਸਾਲ। ਕੀ ਤੁਸੀਂ ਇੱਦਾਂ ਕਹੋਗੇ? ਦੱਸੋ। ਨਹੀਂ, ਇਹ ਵੈਲਿਡ ਕੋਰਸ ਆਫ ਐਕਸ਼ਨ ਨਹੀਂ ਹੈ। ਕੀ ਸਮਝ ਆਉਂਦਾ? ਇੱਥੇ ਫੋਰਥ ਆਂਸਰ ਦੇਵਾਂਗੇ। ਕੀ ਦੇਵਾਂਗੇ? ਫੋਰਥ। ਦੋਨੋਂ ਹੀ ਗਲਤ ਹੈ, ਦੋਨਾਂ ਦਾ ਕੋਈ ਸੋਲੂਸ਼ਨ ਨਹੀਂ ਮਿਲ ਰਿਹਾ।
Okay, so the government airline has been making huge losses even as private airlines continue to prosper and make substantial profit. So government airlines ਨੂੰ ਨਾ huge losses ਹੋ ਰਹੇ ਹੈ, ਹਾਲਾਂਕਿ ਜਿਹੜੀ private airlines ਹੈ ਉਹ ਨੂੰ ਕਾਫੀ profit ਹੋ ਰਿਹਾ ਹੈ. ਅੱਛਾ, all the private airlines should be banned from their operations in the country. ਸਾਰੀਆਂ private airlines ਨੂੰ ban ਕਰ ਦਿਓ. all ਲਿਖਿਆ, possible ਥੋੜੀ ਐਦਾਂ ਥੋੜੀ ਕਰ ਦਾਂਗੇ. अच्छा, the government airline should be instructed to increase passenger fare significantly in order to increase the profit. ਉਹ ਕਹਿੰਦਾ ਜਿਹੜਾ ਕਿਰਾਇਆ ਉਹਨੂੰ ਬਹੁਤ ਜ਼ਿਆਦਾ ਵਧਾ ਦਿਓ ਤਾਂ ਕਿ ਪ੍ਰੋਫਿਟ ਹੋਵੇ. ਉਹ ਤਾਂ ਪਹਿਲਾਂ ਹੀ ਨਹੀਂ ਪੈਸੇਂਜਰ ਆਉਂਦੇ. ਇਹ ਕੋਈ ਕੋਰਸ ਕਿੱਥੇ ਇੱਥੇ ਸਮ ਤਾਂ ਵੀ ਆਪਾਂ ਇੱਕ ਦੇਖੋ ਇੱਕ ਚੀਜ਼ ਨੂੰ ਠੀਕ ਕਰਨ ਲਈ ਦੂਸਰੀ ਚੀਜ਼ ਨੂੰ ਖਰਾਬ ਕਰ ਦਈਏ. ਨਹੀਂ ਨਹੀਂ ਐਦਾਂ ਕੱਲ ਹੀ ਕਰਨਾ. ਦੇਖੋ ਕੰਮ ਕੋਈ ਵੀ ਕਰੇ, ਗਵਰਨਮੈਂਟ ਕਰੇ ਪ੍ਰਾਈਵੇਟ ਕਰੇ, ਆਪ ਸਰਵਿਸ ਬੈਟਰ ਹੋਣੀ ਚਾਹੀਦੀ ਹੈ. ਆ ਸਮਝ ਰਹੇ ਹੋ ਕਿ ਨਹੀਂ? ਤੁਸੀਂ ਕੋਈ ਸਰਵਿਸ ਲੈਣੀ ਹੈ, ਠੀਕ ਹੈ, ਲੈਟਸ ਸਪੋਜ਼ ਤੁਹਾਨੂੰ ਗਵਰਨਮੈਂਟ ਵਧੀਆ ਸਰਵਿਸ ਨਹੀਂ, ਤੁਸੀਂ ਉੱਥੇ ਨਹੀਂ ਜਾ ਰਹੇ, ਪ੍ਰਾਈਵੇਟ ਜਾ ਕੇ ਤੁਸੀਂ ਸਰਵਿਸ ਲੈ ਰਹੇ ਹੋ. ਅੱਛਾ, ਲੋਕਾਂ ਦੀ ਮਰਜ਼ੀ ਹੋਣੀ ਚਾਹੀਦੀ, ਲੋਕਾਂ ਨੂੰ ਇੰਡੀਪੈਂਡੈਂਸ ਹੋਣੀ ਚਾਹੀਦੀ ਕਿ ਇੱਕੋ ਸਰਵਿਸ ਲੈਣੀ ਉਹਨੇ. ਕੀ ਸਮਝ ਆ ਰਿਹਾ ਮੈਂ ਕੀ ਕਹਿ ਰਿਹਾ? ਠੀਕ ਹੈ, ਤੁਸੀਂ ਜੇ ਸਰਵਿਸ ਜੇ ਗਵਰਨਮੈਂਟ ਤੋਂ ਲੈਣਾ ਚਾਹੁੰਦੇ ਹੋ ਤੁਹਾਨੂੰ ਰੋਕ ਥੋੜੀ ਸਕਦਾ ਕੋਈ. ਜੇ ਕੋਈ ਤੁਸੀਂ ਪ੍ਰਾਈਵੇਟ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਇੰਡੀਪੈਂਡੈਂਸ ਤਾਂ ਹੋਣੀ ਚਾਹੀਦੀ ਹੈ ਕਿ ਹਾਂ ਵੀ ਜਿੱਥੋਂ ਮਰਜ਼ੀ ਸਰਵਿਸ ਲਓ ਜਿੱਥੇ ਤੁਹਾਨੂੰ ਵਧੀਆ ਲੱਗਦੀ. ਨਹੀਂ ਸਮਝ ਆ ਰਿਹਾ? ਸੋ ਆਪਾਂ ਇੱਦਾਂ ਕਹੀਏ ਪ੍ਰਾਈਵੇਟ ਲਾਈਨਸ ਨੂੰ ਬੈਨ ਕਰਨਾ ਸ਼ੁਰੂ ਕਰ ਦਈਏ, ਸਮ ਪ੍ਰਾਈਵੇਟ ਲਾਈਨਸ ਨੂੰ ਬੈਨ ਕਰ ਦਈਏ. ਅੱਛਾ, ਜੇ 10 ਹੈ ਤਾਂ 5 ਨੂੰ ਬੈਨ ਕਰ ਦਿਓ. ਹੁਣ 5 ਕਿਹੜੀਆਂ ਚੂਜ਼ ਕਰੋਗੇ ਤੁਸੀਂ? ਨਹੀਂ, ਇਹ ਟੋਟਲੀ ਐਡਵਾਈਜ਼ੇਬਲ ਨਹੀਂ ਹੈ. ਕਿਉਂ? ਕਿਉਂ ਉਹਨਾਂ ਦਾ ਬਿਜ਼ਨਸ ਕੱਲ੍ਹ ਹੀ ਬੰਦ ਕਰਨਾ? ਅੱਛਾ ਮੈਨੂੰ ਦੱਸੋ, ਉਹਨਾਂ ਦਾ ਬਿਜ਼ਨਸ ਕੱਲ੍ਹ ਹੀ ਬੰਦ ਕਰਨਾ? ਜੇ 5 ਦੁਕਾਨਾਂ ਬੰਦ ਵਧੀਆ ਚੱਲਦੀਆਂ, ਸੁਣੋ ਮੈਂ ਕੀ ਕਹਿ ਰਿਹਾ, ਠੀਕ ਹੈ, ਜੇ 5 ਦੁਕਾਨਾਂ ਵਧੀਆ ਚੱਲਦੀਆਂ, 2 ਦੁਕਾਨਾਂ ਨਹੀਂ ਠੀਕ ਚੱਲਦੀਆਂ, ਹੁਣ ਉਹ 2 ਚਲਾਉਣ ਨੂੰ 5 ਬੰਦ ਕਰ ਦਈਏ? ਦੱਸੋ, ਜਿਹੜੀਆਂ ਚੱਲਦੀਆਂ ਉਹਨਾਂ ਨੂੰ ਤਾਂ ਚੱਲਣ ਦਿਓ. ਲੈ Many private schools have been violating government directives and have been charging more fees than the substantial limit. ठीक है, आ statement एक problem दसी है. ਇੱਥੇ ਲਿਖਿਆ ਹੈ ਕਿ ਵਾਇਲੇਟ ਕਰ ਰਹੀ ਹੈ ਗਵਰਨਮੈਂਟ ਡਾਇਰੈਕਟਿਵਸ ਨੂੰ. ਦੈਟ ਮੀਨਸ ਗਵਰਨਮੈਂਟ ਨੇ ਕੋਈ ਇੰਸਟਰਕਸ਼ਨਸ ਦਿੱਤੀਆਂ ਹੋਣੀਆਂ. ਵਾਇਲੇਟ ਮਤਲਬ ਉਹਦੀ ਉਲੰਘਣਾ ਕਰ ਰਹੀ ਹੈ, ਉਹ ਨਹੀਂ ਮੰਨ ਰਹੀ. ਅੱਛਾ, ਗਵਰਨਮੈਂਟ ਨੇ ਜੇ ਕੋਈ ਇੰਸਟਰਕਸ਼ਨ ਦਿੱਤੀ ਹੋਵੇ ਜਾਂ ਕੋਈ ਰੂਲ ਬਣਾਇਆ ਹੋਵੇ ਤੇ ਉਹਨੂੰ ਫੋਲੋ ਨਾ ਕੀਤਾ ਜਾਏ ਤਾਂ ਗਵਰਨਮੈਂਟ ਕੋਈ ਐਕਸ਼ਨ ਲਏਗੀ ਕਿ ਨਹੀਂ ਲਏਗੀ? ਲਏਗੀ ਨਾ. ਕਿਉਂ? ਕਿਉਂਕਿ ਜੇ ਗਵਰਨਮੈਂਟ ਐਕਸ਼ਨ ਨਹੀਂ ਲਏਗੀ ਫਿਰ ਕੀ ਹੋਏਗਾ? ਫਿਰ ਤਾਂ ਸਾਰੇ ਕਹੋਗੇ ਫੋਲੋ ਕਰਨਾ ਕਰੋ, ਨਹੀਂ ਕਰਨਾ ਨਾ ਕਰੋ, ਗਵਰਨਮੈਂਟ ਨੇ ਕਿਹੜਾ ਕੁਝ ਕਹਿਣਾ. The government should identify such schools and take stringent actions against them. ਬਿਲਕੁਲ ਸਹੀ ਹੈ, ਕਿਉਂਕਿ ਗਵਰਨਮੈਂਟ ਨੇ ਪਹਿਲਾਂ ਇੰਸਟਰਕਸ਼ਨਸ ਦਿੱਤੀਆਂ ਹੈ, ਠੀਕ ਹੈ, ਤੇ ਜੇ ਉਹ ਬਾਕੀ ਨਹੀਂ ਫੋਲੋ ਕਰੋਗੇ ਤਾਂ ਡੈਫੀਨੇਟਲੀ ਗਵਰਨਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ ਹੈ, ਸਟ੍ਰਿੰਜੈਂਟ ਐਕਸ਼ਨ ਲੈਣਾ ਚਾਹੀਦਾ ਹੈ, ਕਿਉਂਕਿ ਨਹੀਂ ਤਾਂ ਫਿਰ ਗਵਰਨਮੈਂਟ ਦੀ ਕਿਸੇ ਨੇ ਨਹੀਂ ਮੰਨਣੀ. ਯੈਸ ਔਰ ਨੋ? ਸਮਝ ਆ ਗਿਆ ਕਿ ਨਹੀਂ? The government should not limit school fees and keep it flexible for the school to decide. ਗਵਰਨਮੈਂਟ ਨੂੰ ਸਕੂਲ ਫੀਸ ਨੂੰ ਲਿਮਿਟ ਨਹੀਂ ਕਰਨਾ ਚਾਹੀਦਾ, ਸਕੂਲ ਨੂੰ ਡਿਸਾਈਡ ਕਰਨਾ ਚਾਹੀਦਾ ਕਿ ਆਪਾਂ ਇਹ ਕੋਰਸ ਆਫ ਐਕਸ਼ਨ ਦੇਵਾਂਗੇ. ਦੇਖੋ ਉੱਪਰ ਲਿਖਿਆ ਹੈ ਕਿ ਗਵਰਨਮੈਂਟ ਨੇ ਡਾਇਰੈਕਟਿਵਸ ਦਿੱਤੇ ਹੈ ਪ੍ਰਾਈਵੇਟ ਸਕੂਲ ਨੂੰ, ਤੇ ਜੇ ਆਪਾਂ ਇਹ ਐਡਵਾਈਸ ਕਰੀਏ ਜਾਂ ਇਹ ਆਪਾਂ ਕੋਰਸ ਆਫ ਐਕਸ਼ਨ ਲੈ ਲਈਏ ਕਿ ਗਵਰਨਮੈਂਟ ਇੰਟਰਫੇਅਰ ਹੀ ਨਾ ਕਰੇ, ਗਵਰਨਮੈਂਟ ਨੇ ਕਹਿਣਾ ਫਿਰ ਤੁਸੀਂ ਆਪਣਾ ਹੀ ਕੰਮ ਕਰੋ ਜਾ ਕੇ. ਕੀ ਸਮਝ ਆ ਰਿਹਾ ਕਿ ਨਹੀਂ? ਕਿ ਆਪਾਂ ਗਵਰਨਮੈਂਟ ਦੇ ਅਗੇਂਸਟ ਕੋਈ ਕੋਰਸ ਆਫ ਐਕਸ਼ਨ ਡਿਸਾਈਡ ਕਰ ਸਕਦੇ ਹਾਂ. ਕੀ ਸਮਝ ਆ ਰਿਹਾ ਹੈ? ਆਹ ਸਟੇਟਮੈਂਟ ਜਿਹੜੀ ਹੈ ਇਹ ਗਵਰਨਮੈਂਟ ਦੇ ਡਾਇਰੈਕਟਿਵ ਦੇ ਅਗੇਂਸਟ ਜਾ ਰਹੀ ਹੈ. ਕੀ ਸਮਝ ਆ ਰਿਹਾ ਹੈ? ਸੋ ਇਹ ਕੋਰਸ ਆਫ ਐਕਸ਼ਨ ਨਹੀਂ ਹੈ. ਸੋ ਕੀ ਬੀਇੰਗ ਅ ਗਵਰਨਮੈਂਟ EMPLOYE ਤੁਸੀਂ ਕਿਉਂ ਆਪਣੇ ਆਪ ਨੂੰ ਗਵਰਨਮੈਂਟ EMPLOYE ਦੀ ਕੰਸੀਡਰ ਦੀ ਜਗ੍ਹਾ ਤੇ ਰੱਖੋਗੇ ਨਾ, ਤੁਸੀਂ ਕੀ ਕਹੋਗੇ? ਗਵਰਨਮੈਂਟ ਨੂੰ ਇੰਟਰਫੇਅਰ ਹੀ ਨਾ ਕਰੋ. ਗਵਰਨਮੈਂਟ ਕਹਿ ਰਹੀ ਹੈ ਮੈਂ ਡਾਇਰੈਕਟਿਵਸ ਦਿੱਤੇ ਹੋਏ ਆ, ਤੁਸੀਂ ਉਹਦੀ ਸਿਰਫ ਪਾਲਣਾ ਕਰਨੀ ਹੈ. ਕੀ ਕਲੀਅਰ ਹੋ ਰਿਹਾ ਕਿ ਨਹੀਂ? So we should not go against the government in these questions. Statement: a large number of patients admitted in a particular hospital have been diagnosed with serious contagious disease. Contagious ਕਿਹੜਾ ਹੁੰਦਾ ਹੈ? ਜਿਹੜਾ ਹਵਾ ਪਾਣੀ ਟ੍ਰਾਂਸਫਰ ਹੋ ਜਾਂਦੀ ਹੈ. ਕਮਿਊਨੀਕੇਬਲ, ਸਮਝ ਰਹੇ ਹੋ ਕਿ ਨਹੀਂ? ਕਮਿਊਨੀਕੇਬਲ ਜਿਵੇਂ ਜਿਵੇਂ ਜ਼ੁਕਾਮ ਹੁੰਦਾ ਹੈ ਜਾਂ ਸਰਦੀ ਹੁੰਦੀ ਹੈ, ਉਹ ਕਮਿਊਨੀਕੇਬਲ ਹੁੰਦੀ ਹੈ. ਜੇ ਕੋਈ ਪਰਸਨ ਤੁਹਾਡੇ ਕੋਲ ਬੈਠਾ ਉਹਨੂੰ ਸੀਵੀਅਰ ਪ੍ਰੋਬਲਮ ਹੈ, ਠੀਕ ਹੈ, ਤੇ ਉਹ ਤੁਹਾਨੂੰ ਵੀ ਇਨਫੈਕਟਡ ਕਰ ਸਕਦਾ. ਕਹਿੰਦਾ ਲਾਰਜ ਨੰਬਰ ਆਫ ਪੇਸ਼ੈਂਟਸ ਐਡਮਿਟਡ ਇਨ ਅ ਪਾਰਟੀਕੂਲਰ ਹਸਪੀਟਲ ਹੈਵ ਬੀਨ ਡਾਇਗਨੋਸਡ ਬਾਈ ਸੀਰੀਅਸ ਕੰਟੇਜੀਅਸ ਡਿਜ਼ੀਜ਼. ਉਹਨਾਂ ਨੂੰ ਸੀਰੀਅਸ ਕੰਟੇਜੀਅਸ ਡਿਜ਼ੀਜ਼ ਪਤਾ ਲੱਗੀ ਉਹਨਾਂ ਨੂੰ ਹੈਗੀ ਹੈ. ਹੁਣ ਕੀ ਸੋਲਿਊਸ਼ਨ ਹੈ ਜੀ ਇਹਦਾ?
These patients should be immediately evicted from the hospital for fear of spread of the disease. ਉਹਨਾਂ ਨੂੰ ਬਾਹਰ ਕੱਢ ਦਿਓ hospital ਤੋਂ. Second, the hospital should be make appropriate quarantine arrangements to control the spread of the disease. Quarantine ਹੁੰਦਾ ਹੈ ਕਿ ਉਹ kind of ਬੰਦ ਕਿਸੇ particular ਜਗ੍ਹਾ ਤੇ ਸਮਝੋ. ਫॉर एग्जांपल ਜਦੋਂ ਤੁਸੀਂ ਕਿਸੇ hospital ਜਾਂਦੇ ਹੋ ਉੱਥੇ ਕਈ ਵਾਰ ਲਿਖਿਆ ਹੁੰਦਾ quarantine arrangements ਜਾਂ room ਜਿਹੜੇ ਸੈਪਰੇਟ ਹੁੰਦੇ ਆ ਜਿਹ 'ਚ ਸਿਰਫ ਇੱਕ ਪਰਟੀਕੂਲਰ ਤਰ੍ਹਾਂ ਦੇ ਬਿਮਾਰ ਲੋਕ ਹੀ ਹੁੰਦੇ ਆ ਅਤੇ ਉੱਥੇ ਐਂਟਰੀ ਵੀ ਅਲਾਊਡ ਨਹੀਂ ਹੁੰਦੀ. ਕੀ ਸਮਝ ਰਹੇ ਹੋ ਕਿ ਇੱਦਾਂ ਦੀਆਂ ਅਰੇਂਜਮੈਂਟਸ ਕਰਨੀਆਂ ਚਾਹੀਦੀਆਂ ਗਵਰਨਮੈਂਟ ਨੂੰ, ਉਹ ਸੌਰੀ ਹਸਪੀਟਲ ਨੂੰ. ਡੈਫੀਨੇਟਲੀ ਇਹ ਸਹੀ ਹੈ. ਕੀ ਆ ਕਲੀਅਰ ਹੋ ਗਿਆ ਕਿ ਨਹੀਂ? ਆ ਕਲੀਅਰ ਹੋ ਗਿਆ ਕਿ ਨਹੀਂ? Many companies have been registered lately by commuters regarding complaints. Many complaints have been registered lately by commuters. Commuters कौन होंगे? Travelers. Regarding unavailability of railway tickets during the peak travelling seasons.